ਹਾਜ਼ਰ ਹੈ ਜੱਜ ਦਾ ਵਿਚਾਰ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਪ੍ਰਾਈਮ ਏਸ਼ੀਆ ਟੈਲੀਵਿਜ਼ਨ ਦੇਖ ਰਹੇ ਹੋ ਦੋਸਤੋ। ਮੈਂ ਹਾਂ ਸਵਰਨ ਸਿੰਘ ਟਹਿਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਚੱਜ ਦਾ ਵਿਚਾਰ ਲੈ ਕੇ ਹਾਜ਼ਰ ਹਾਂ। ਹਰ ਰੋਜ਼ ਦੀ ਤਰ੍ਹਾਂ ਹਰਬੰਸ ਸਿੰਘ ਜੀ ਨਾਲ ਨੇ। ਸਤਿ ਸ਼੍ਰੀ ਅਕਾਲ ਟਾਣਾ ਸਾਹਿਬ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ? ਬਹੁਤ ਹੀ ਵਧੀਆ, ਚੜ੍ਹਦੀ ਕਲਾ। ਟਾਣਾ ਸਾਹਿਬ, ਮੌਸਮ ਕਿੰਨੀਆਂ ਝਕਾਨੀਆਂ ਦੇ ਰਿਹਾ। ਦੇਖੋ, ਦਿਨੇ ਤਾਂ ਬੜੀ ਸੋਹਣੀ ਧੁੱਪ ਨਿਕਲਦੀ ਹੈ ਪੂਰੇ ਪੰਜਾਬ ਦੇ ਵਿੱਚ। ਰਾਤ ਦੇ ਵੇਲੇ ਤੇ ਸਵੇਰ ਦੇ ਵੇਲੇ ਇੰਨੀ ਕੁ ਧੁੰਦ, ਇੰਨੀ ਕੁ ਤਰੇਲ ਵੀ ਪੁੱਛੋ ਹੀ ਕੁਛ ਨਾ। ਅੱਜ ਸਵੇਰ ਦੇ ਵੇਲੇ ਮੈਂ ਗੁਰਦੁਆਰਾ ਸਾਹਿਬ ਗਿਆ, ਲਗਭਗ 10 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ ਹੋਣਾ। ਤੁਸੀਂ ਯਕੀਨ ਮੰਨਿਓ ਵੀ ਆਲੇ ਦੁਆਲੇ ਸੜਕ ਦੇ ਜਿਹੜੇ ਦਰਖਤ ਹੁੰਦੇ ਆ, ਉਹਨਾਂ ਦੇ ਕਰਕੇ ਇੰਨਾ ਕੁ ਸੜਕ ਦੇ ਉੱਤੇ ਪਾਣੀ ਵੀ ਖੜਾ। ਮੈਂ ਪਹਿਲੀ ਵਾਰ ਦੇਖਿਆ ਵੀ ਸੜਕ ਦੇ ਉੱਤੇ ਤਰੇਲ ਦਾ, ਧੁੰਦ ਦਾ ਪਾਣੀ ਖੜਾ ਹੋ ਗਿਆ। ਮੈਂ ਸੋਚਿਆ ਵੀ ਮੀਂਹ ਪਿਆ, ਪਰ ਨਹੀਂ। ਜਿੱਥੇ ਹੈ ਨਹੀਂ ਦਰਖਤ ਉੱਥੇ ਸੜਕ ਸੁੱਕੀ ਆ, ਜਿੱਥੇ ਹੈਗੇ ਆ ਉੱਥੇ ਮੀਂਹ ਵਾਂਗੂ ਆ। ਬਿਲਕੁਲ। ਮੈਂ ਜਦੋਂ ਸਵੇਰ ਦੇ ਵੇਲੇ ਦਫ਼ਤਰ ਵੱਲ ਨੂੰ ਆ ਰਹੀ ਸੀ ਤਾਂ ਉਸ ਵੇਲੇ ਤੁਸੀਂ ਮੰਨੋਗੇ ਵੀ ਸਾਰੀ ਜੈਕਟ ਭਿੱਜ ਗਈ। ਹਾਂ, ਧੁੰਦ, ਤਰੇਲ ਇੰਨੀ ਜ਼ਿਆਦਾ ਸੀ ਔਰ ਇਹ ਤਰੇਲ ਇਸ ਤਰੀਕੇ ਨਾਲ ਡਿੱਗ ਰਹੀ ਸੀ ਕਿ ਉਹ ਲੱਗਦਾ ਸੀ ਜਿਵੇਂ ਮੀਂਹ ਪੈ ਰਿਹਾ ਹੋਵੇ। ਔਰ ਜਦੋਂ ਤੁਸੀਂ ਖੜ ਕੇ ਮਹਿਸੂਸ ਕਰਦੇ ਸੀ, ਉਹ ਲੱਗਦਾ ਸੀ ਜਿਵੇਂ ਬਰਫ਼ ਪੈ ਰਹੀ ਹੋਵੇ, ਬਰੀਕ ਬਰੀਕ ਉਵੇਂ, ਹਨਾ। ਤੇ ਬਹੁਤ ਜ਼ਿਆਦਾ ਠੰਡ ਸੀ। ਏਦਾਂ ਸੀ ਕਿ ਜਿਵੇਂ ਸਾਰਾ ਦਿਨ ਸ਼ਾਇਦ ਧੁੰਦ ਹਟੂਗੀ ਹੋਈ ਨਹੀਂ, ਹਨਾ। ਔਰ ਰਾਤ ਦੇ ਵੇਲੇ ਵੀ ਏਦਾਂ ਦਾ ਹੀ ਮੌਸਮ ਹੋ ਜਾਂਦਾ ਹੈ। ਸ਼ਾਮ ਨੂੰ ਵੀ ਹੌਲੀ 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 ਧੁੰਦ ਪੈਣੀ ਸ਼ੁਰੂ ਹੋ ਜਾਂਦੀ ਹੈ ਤੇ ਸਾਰੀ ਰਾਤ ਸੰਘਣੀ ਧੁੰਦ ਰਹਿੰਦੀ ਹੈ, ਜਿਹਦੇ ਕਰਕੇ ਬਹੁਤ ਸਾਰੇ ਹਾਦਸੇ ਵੀ ਹੋ ਰਹੇ ਨੇ। ਤੇ ਮੌਸਮ ਵਿਭਾਗ ਨੇ ਇਹ ਗੱਲ ਕਹੀ ਹੈ ਕਿ 16, 17 ਤੇ 18 ਯਾਨੀ ਕਿ 3 ਦਿਨ ਪੰਜਾਬ ਦੇ ਵਿੱਚ ਇਸੇ ਤਰੀਕੇ ਨਾਲ ਧੁੰਦ, ਕੋਰਾ ਪੈਣਾ। ਇਸ ਕਰਕੇ ਭਾਈ ਰਾਤ ਦੇ ਵੇਲੇ ਤੇ ਸਵੇਰ ਦੇ ਵੇਲੇ ਸਫ਼ਰ ਕਰਨ ਤੋਂ ਥੋੜਾ ਜਿਹਾ ਗੁਰੇਜ਼ ਕਰੀਏ ਤੇ ਜਦੋਂ ਧੁੱਪ ਨਿਕਲ ਜਾਂਦੀ ਹੈ, ਜੇਕਰ ਸਰਦਾ ਹੋਵੇ ਤਾਂ ਸਿਰਫ ਉਦੋਂ ਹੀ ਸਫ਼ਰ ਕਰੀਏ। ਬਿਲਕੁਲ ਸਹੀ। ਤੇ ਆਪਾਂ ਹੁਣ ਚੱਜ ਦੇ ਵਿਚਾਰ ਦੀ ਪੇਸ਼ਕਾਰੀ ਦੇਖੋ ਜੀ, ਚੱਜ ਦਾ ਵਿਚਾਰ ਮੇਰਾ ਇਹ ਆ ਕਿ ਖਿਲਰਨ ਦੇ ਤਾਂ ਲੱਖ ਬਹਾਨੇ ਲੱਭ ਜਾਣਗੇ। ਖਿਲਰਨ ਦੇ ਤਾਂ ਲੱਖ ਬਹਾਨੇ ਲੱਭ ਜਾਣਗੇ। ਆਓ ਆਪਾਂ ਇਕੱਠੇ ਹੋਣ ਦੀ ਕੋਸ਼ਿਸ਼ ਕਰੀਏ। ਵਾਹ। ਮੇਰੀ ਇੱਛਾ ਇਹ ਨਹੀਂ ਕਿ ਸਾਰੇ ਲੋਕ ਮੈਨੂੰ ਚੰਗਾ ਕਹਿਣ, ਪਰ ਮੇਰੀ ਇੱਛਾ ਇਹ ਜ਼ਰੂਰ ਆ ਕਿ ਜਿਹੜਾ ਵੀ ਮੈਨੂੰ ਮਿਲ ਕੇ ਜਾਵੇ ਤੇ ਉਹ ਮੇਰੇ ਕੋਲ ਦੁਖੀ ਨਾ ਹੋਵੇ ਤੇ ਮੈਨੂੰ ਬਾਹਲਾ ਮਾੜਾ ਵੀ ਨਾ ਕਵੇ ਬਿਨਾਂ ਜਾਣੇ। ਕਿਆ ਬਾਤ ਹੈ। ਤੇ ਦੁੱਖ ਇਸ ਗੱਲ ਦਾ ਕਿ ਅੱਜ ਕੱਲ ਬਹੁਤੇ ਲੋਕ ਤੁਹਾਨੂੰ ਬਿਨਾਂ ਜਾਣੇ, ਕਿਸੇ ਵੀ ਇਨਸਾਨ ਦੇ ਬਾਰੇ ਚ ਬਿਨਾਂ ਜਾਣੇ, ਬਿਨਾਂ ਪਰਖੇ, ਬਿਨਾਂ ਉਹਦੇ ਬਾਰੇ ਚ ਸਾਰੀਆਂ ਗੱਲਾਂ ਦੀ ਪਛਾਣ ਕੀਤਿਆਂ ਐਵੇਂ ਹੀ ਉਹਨੂੰ ਕਹਿਣ ਲੱਗ ਜਾਂਦਾ ਵੀ ਇਹ ਤਾਂ ਐਵੇਂ ਹੀ ਹੈ, ਇਹਨੂੰ ਤਾਂ ਕੁਝ ਨਹੀਂ ਹੁੰਦਾ, ਇਹਨੂੰ ਤਾਂ ਇਹ ਬਹੁਤ ਸ਼ੈਤਾਨ ਹੈ, ਇਹ ਤਾਂ ਬਹੁਤ ਜ਼ਿਆਦਾ ਠੱਗੀ ਮਹਿਕਮਾ ਹੈ, ਇਹਦੇ ਤੋਂ ਤਾਂ ਦੂਰ ਰਹਿਣਾ ਚਾਹੀਦਾ ਹੈ। ਵੀ ਤੁਸੀਂ ਕਦੀ ਜਿਹੜੇ ਬੰਦੇ ਨੂੰ ਮਿਲੇ ਨਹੀਂ, ਕਿਸੇ ਨਾਲ ਗੱਲਬਾਤ ਨਹੀਂ ਕੀਤੀ, ਕਿਸੇ ਨੂੰ ਪਰਖਿਆ ਨਹੀਂ, ਉਹਦੇ ਬਾਰੇ ਧਾਰਨਾ ਬਿਲਕੁਲ ਨਾ ਬਣਾਓ, ਨਾ ਚੰਗੀ ਬਣਾਓ ਤੇ ਨਾ ਹੀ ਮਾੜੀ ਬਣਾਓ। ਬਹੁਤੀ ਵਾਰ ਅਸੀਂ ਐਵੇਂ ਚੰਗੀ ਵੀ ਬਣਾ ਲੈਂਦੇ ਕਿਸੇ ਬਾਰੇ, ਉਹਦੇ ਬਾਰੇ ਇੰਨੀ ਚੰਗੀ ਵੀ ਨਾ ਬਣਾਓ। ਜਦੋਂ ਤੁਸੀਂ ਆਪ ਪਰਖ ਲਓ, ਬੰਦਾ ਤੁਹਾਡੇ ਪਰਖ ਦੇ ਨੱਕੇ ਦੇ ਵਿੱਚੋਂ ਨਿਕਲਿਆ ਹੋਵੇ, ਫਿਰ ਤੁਸੀਂ ਕਹੋ ਵੀ ਇਹ ਬਹੁਤ ਚੰਗਾ, ਇਹ ਬਹੁਤ ਮਾੜਾ। ਪਹਿਲੀ ਗੱਲ, ਕਿਸੇ ਨੂੰ ਕੁਝ ਕਹਿਣ ਦੀ ਲੋੜ ਹੀ ਨਹੀਂ। ਬਿਲਕੁਲ, ਜਿਵੇਂ ਜੋ ਹੈ ਠੀਕ ਆ। ਕਿਸੇ ਦੇ ਸੁਣੇ ਸੁਣਾਏ ਤੇ ਵੀ ਯਕੀਨ ਕਰਨ ਦੀ ਲੋੜ ਨਹੀਂ ਹੁੰਦੀ। ਤੁਸੀਂ ਆਪ ਜਿਸ ਤਰੀਕੇ ਨਾਲ ਕਿਸੇ ਇਨਸਾਨ ਦੇ ਨਾਲ ਵਿਚਰਦੇ ਹੋ ਜਾਂ ਕੋਈ ਤੁਹਾਡੇ ਨਾਲ ਵਿਚਰਦਾ ਹੈ, ਉਹਦੇ ਹਿਸਾਬ ਦੇ ਨਾਲ ਬੰਦੇ ਦੀ ਪਰਖ ਹੋਣੀ ਚਾਹੀਦੀ ਹੈ। ਜਿਹੜਾ ਮੈਂ ਚਾਹੀਦਾ ਵਿਚਾਰ ਟਾਣਾ ਸਾਹਿਬ ਲੈ ਕੇ ਆਈ ਹਾਂ, ਉਹ ਅੱਜ ਇੱਕ ਮੈਂ ਤਸਵੀਰ ਵੇਖੀ ਤੇ ਉਹ ਤਸਵੀਰ ਬਿਲਕੁਲ ਸੱਚੀ ਸੀ। ਉਹਦੇ ਚ ਕੀ ਸੀ ਕਿ ਇੱਕ ਸ਼ੀਸ਼ੇ ਦੇ ਅੱਗੇ ਇੱਕ ਸੇਬ ਪਿਆ ਹੋਇਆ ਸੀ। ਅੱਛਾ। ਜਿਹੜੇ ਵਾਲੇ ਪਾਸਾ ਸੇਬ ਦਾ ਮੂੰਹ ਮੇਰੇ ਵੱਲ ਨੂੰ ਸੀ, ਉੱਥੋਂ ਖਾਧਾ ਹੋਇਆ ਸੀ। ਜਿਹੜਾ ਸੇਬ ਦਾ ਪਿਛਲਾ ਹਿੱਸਾ ਸੀ, ਜਿਹੜਾ ਕਿ ਸ਼ੀਸ਼ੇ ਦੇ ਵਿੱਚ ਦਿਖ ਰਿਹਾ ਸੀ, ਉੱਥੋਂ ਪੂਰਾ ਸਹੀ ਸੀ। ਠੀਕ ਹੈ। ਤੇ ਉਹਦੇ ਉੱਤੇ ਲਿਖਿਆ ਹੋਇਆ ਸੀ ਵੀ ਅੱਜ ਕੱਲ ਦੀ ਦੁਨੀਆ ਵੀ ਕੁਝ ਇਹੋ ਜਿਹੀ ਹੈ, ਖਾਸ ਤੌਰ ਤੇ ਸੋਸ਼ਲ ਮੀਡੀਆ ਵਾਲੀ, ਜਿੱਥੇ ਬਹੁਤੀਆਂ ਚੀਜ਼ਾਂ ਜਿਹੜੀਆਂ ਆ ਉਹ ਉਵੇਂ ਨਹੀਂ ਹੁੰਦੀਆਂ ਜਿਵੇਂ ਦਿਖਾਈਆਂ ਗਈਆਂ ਹੁੰਦੀਆਂ ਨੇ, ਉਹ ਸਿਰਫ ਬਣਾਈਆਂ ਗਈਆਂ ਚੀਜ਼ਾਂ ਨੇ। ਸੋ ਇਹਨਾਂ ਬਣੀਆਂ ਹੋਈਆਂ ਚੀਜ਼ਾਂ ਤੋਂ ਜਿੰਨੇ ਦੂਰ ਰਹੋ ਉਨੇ ਜ਼ਿਆਦਾ ਚੰਗੇ। ਬਿਲਕੁਲ ਸਹੀ ਗੱਲ ਆ। ਦੇਖੋ, ਫਿਰ ਉੱਥੇ ਆ ਗਈ ਗੱਲ ਵੀ ਨਜ਼ਰੀਆ ਬਦਲ ਗਿਆ ਆਪਾਂ ਆਪਦਾ। ਐਵੇਂ ਨਜ਼ਰੀਆ ਅਸੀਂ ਲਈ ਫਿਰਦੇ ਆ, ਆਹ ਬੰਦਾ ਮਾੜਾ, ਉਹ ਬੰਦਾ ਚੰਗਾ, ਫਲਾਣਾ ਬੰਦਾ ਬਾਹਲਾ ਚੰਗਾ, ਫਲਾਣਾ ਬੰਦਾ ਬਾਹਲਾ ਮਾੜਾ। ਇਦਾਂ ਦੀਆਂ ਗੱਲਾਂ ਨਾ ਕਰੀਏ ਆਪਾਂ, ਇਦਾਂ ਆਪਾਂ ਨਾ ਸੋਚਿਆ ਕਰੀਏ। ਆਪਦੇ ਕੰਮ ਦੇ ਵਿੱਚ ਮਸਰੂਫ ਹੀ ਨਾ ਰਹੀਏ ਵੀ ਕਿਸੇ ਹੋਰ ਗੱਲ ਵੱਲ ਖਿਆਲ ਹੀ ਨਾ ਜਾਵੇ। ਵਿਹਲਾ ਦਿਮਾਗ ਸ਼ੈਤਾਨ ਦਾ ਘਰ। ਵੈਸੇ ਵੀ ਭੇਡ ਚਾਲ ਜਿਹਨੂੰ ਆਪਾਂ ਕਹਿੰਦੇ ਆ, ਉਹਨੂੰ ਕਿਉਂ ਕਹਿੰਦੇ ਆ ਵੀ ਭੇਡ ਤੋਂ ਬਣਿਆ, ਭੇਡ ਚਾਲ, ਹਨਾ। ਤੇ ਆਪਾਂ ਲੋਕ ਭੇਡ ਚਾਲ 'ਚ ਜ਼ਿਆਦਾ ਯਕੀਨ ਰੱਖਦੇ ਆ। ਜਿੱਧਰ ਨੂੰ ਇੱਕ ਜਣਾ ਤੁਰ ਪਿਆ ਉਧਰ ਨੂੰ ਹੀ ਸਾਰੇ ਹੋ ਜਾਂਦੇ ਆ, ਜੇ ਇੱਧਰ ਨੂੰ ਕੋਈ ਹੋ ਗਿਆ ਤਾਂ ਆਪਾਂ ਇੱਧਰ ਨੂੰ ਹੀ ਸਾਰੇ ਹੋ ਜਾਂਦੇ ਆ। ਆਪਣੇ ਦਿਮਾਗ ਦੀ ਪਰਖ ਦੇ ਨਾਲ, ਆਪਣਾ ਦਿਮਾਗ ਵਰਤ ਕੇ ਅਸੀਂ ਕਿਸੇ ਨੂੰ ਵੇਖੀਏ, ਕਈਆਂ ਸੁਣੀਆਂ ਗੱਲਾਂ ਤੇ ਕਦੇ ਯਕੀਨ ਨਾ। ਮੈਂ ਸਵੇਰੇ ਸਵੇਰੇ ਬੜਾ ਹੱਸਿਆ। ਕਿਉਂ? ਅੱਜ ਮੈਂ ਸਵੇਰੇ ਸਵੇਰੇ ਇੱਕ ਵੀਡੀਓ ਦੇਖ ਲਈ। ਇੱਕ ਨਾ ਬੀਬੀ ਦੇ ਇੱਕ ਕੁੜੀ ਦਾ ਲਹਿੰਗਾ ਪਾਇਆ, ਲਹਿੰਗਾ ਹੈਗਾ ਬਾਹਲਾ ਐ, ਕੀ ਹੁੰਦਾ ਉਹਨੂੰ, ਵਿਆਹ ਵਾਲਾ, ਬਾਹਲਾ ਖਲਾਰੇ ਜਿਹਾ ਵਾਲਾ। ਉਹ ਐਂ ਜੇ ਜਾਂਦੀ ਐ ਇੰਜ ਕਰਕੇ, ਏਦਾਂ ਜੇ ਕਰਕੇ, ਵਿਆਹ ਵਾਲੀ ਕੁੜੀ ਹੈ। ਹਾਂ। ਤੇ ਉਹਦੇ ਨਾਲ ਲਹਿੰਗੇ ਦੇ ਉੱਤੇ ਕੋਈ ਪੈਰ ਧਰ ਦਿੰਦਾ ਨਿਆਣਾ, ਫਿਰ ਉਹ ਲੜ ਪੈਂਦੀ ਆ, ਅੰਨਾ ਹੋਇਆ ਉੱਤੇ ਪੈਰ ਤਾਂ ਡੇਗ ਦੇਣਾ ਸੀ ਨਾ, ਪਰ ਇਹ ਮਰ ਬੜਾ ਹਾਸਾ, ਉੱਤੇ ਚੜੀ ਜਾਂਦੇ। ਮੈਨੂੰ ਹਾਸਾ ਆਇਆ। ਮੈਂ ਕਿਹਾ ਚਲੋ, ਚੀਜ਼ਾਂ
ਅਚਾਨਕ ਮੂੰਹੋਂ ਨਿਕਲ ਜਾਂਦੀਆਂ ਨੇ, ਜਿਹੜੀਆਂ ਉਸ ਵੇਲੇ ਤਾਂ ਬੰਦੇ ਨੂੰ ਪਤਾ ਹੀ ਲੱਗਦਾ, ਬਾਅਦ ਵਿੱਚ ਜਦੋਂ ਕੋਈ ਜਿਵੇਂ ਸੁਣਦਾ ਕਈ ਵਾਰੇ ਪਹਿਲਾਂ ਪਹਿਲਾਂ ਝੱਗ ਜੀ ਨੇ ਭਾਈ ਥੱਪੜ ਮਾਰੂ ਕਰਦਾ ਹੋਵੇ ਕੀ ਸੀ। ਹੈ। ਜੱਜ ਦਾ ਵਿਚਾਰ। ਟਾਣਾ ਸਾਹਿਬ ਵੋਟਾਂ ਫਿਰ ਪੈ ਗਈਆਂ ਨਗਰ ਪੈ ਗਈਆਂ ਜੀ। ਕੌਂਸਲ ਤੇ ਨਗਰ ਨਿਗਮ ਵੋਟਾਂ ਤੋਂ ਵੱਧ ਕਲੇਸ਼ ਪੈ ਗਏ, ਜੀ ਡਾਂਗਾ ਪੈ ਗਈਆਂ, ਖਬਰਾਂ ਹੀ ਬਹੁਤ ਜਾਲੀ ਆਈਆਂ। ਵੋਟਾਂ ਪੈ ਗਈਆਂ, ਗੋਲੀਆਂ ਚੱਲ ਗਈਆਂ, ਥੱਪੜ ਪੈ ਗਏ, ਪੱਗੋ ਹੱਥੀ ਹੋ ਗਏ ਲੋਕ। ਓਹੋ। ਦੁੱਖ ਹੋਇਆ। ਅਸੀਂ ਵਾਰ-ਵਾਰ ਇਸੇ ਗੱਲ ਦੀ ਬੇਨਤੀ ਕਰਦੇ ਹਾਂ ਵੀ ਖਸਮਾਂ ਨੂੰ ਖਾਂਦੀਆਂ ਰਾਜਨੀਤਿਕ ਪਾਰਟੀਆਂ। ਅਸੀਂ ਕਿਸੇ ਵੀ ਰਾਜਨੀਤਿਕ ਪਾਰਟੀ ਦੇ ਹੱਕ 'ਚ ਨਹੀਂ, ਕਿਸੇ ਦੇ ਖਿਲਾਫ ਨਹੀਂ। ਜਿਹਨੂੰ ਮਰਜ਼ੀ ਵੋਟ ਪਾਓ, ਪਰ ਯਾਰ ਸਿਰ ਪਾੜਨ ਦੀ ਥੋੜੀ ਕੋਈ ਤੁਕ ਬਣਦੀ ਹੈ। ਤੁਸੀਂ ਹਾਲੇ ਤੱਕ ਪੂਛ ਦੇ ਚੱਕਰ ਦੇ ਵਿੱਚੋਂ ਬਾਹਰ ਨਹੀਂ ਨਿਕਲੇ। ਬਿਲਕੁਲ। ਤੁਸੀਂ ਡਾਂਗਾ ਕੱਢ ਲੈਨੇ ਆ, ਤੁਸੀਂ ਪੱਗਾਂ ਲਾਈ ਜਾਂਦੇ ਆ। ਇਹ ਕਿਹੜੀ ਸਿਆਣਪ ਆ? ਕਿਹੜੇ ਲੋਕਤੰਤਰ ਦੀ ਗੱਲ ਅਸੀਂ ਕਰਦੇ ਆ? ਲੋਕਤੰਤਰ ਦੇ ਵਿੱਚ ਯਕੀਨ ਰੱਖੋ, ਪਰ ਇਦਾਂ ਲੋਕਾਂ ਨੂੰ ਕੁੱਟਣ ਵਾਲਾ ਕਿਹੜਾ ਤੰਤਰ ਹੋਇਆ ਹੈ? ਬਿਲਕੁਲ ਸਹੀ। ਇਹ ਖਬਰਾਂ ਤਾਂ ਵੈਸੇ ਇਹਨਾਂ ਵੋਟਾਂ ਤੋਂ ਪਹਿਲਾਂ ਜਦੋਂ ਪ੍ਰਚਾਰ ਹੋ ਰਿਹਾ ਸੀ ਉਦੋਂ ਹੀ ਆਉਣੀਆਂ ਸ਼ੁਰੂ ਹੋ ਗਈਆਂ ਸੀ, ਕਦੀ ਕਿਤੇੋਂ ਕਦੀ ਕਿਤੇੋਂ। ਪਰ ਜਿਸ ਦਿਨ ਵੋਟਾਂ ਸੀ ਉਸ ਦਿਨ ਵੀ ਇਹ ਖਬਰਾਂ ਰੁਕੀਆਂ ਨਹੀਂ। ਸਭ ਤੋਂ ਪਹਿਲਾਂ ਪੱਟੀ ਦੇ ਵੱਲੋਂ ਖਬਰ ਆਈ ਸੀ, ਉੱਥੇ ਗੋਲੀ ਚੱਲੀ, ਪੱਗਾਂ ਲੈ ਗਈਆਂ। ਫਿਰ ਅੰਮ੍ਰਿਤਸਰ ਸਾਹਿਬ ਤੋਂ ਵੀ ਖਬਰਾਂ ਆ ਗਈਆਂ, ਫਿਰ ਗੁਰੂ ਹਰਸਾਏ ਤੋਂ ਆਉਣ ਲੱਗ ਪਈਆਂ, ਫਿਰ ਪਟਿਆਲੇ ਦੇ ਵੱਲੋਂ ਆਉਣ ਲੱਗ ਪਈਆਂ। ਕਿਤੇ ਡਾਂਗਾ ਚੱਲ ਪਈਆਂ, ਕਿਤੇ ਕੁਝ ਹੋ ਗਿਆ, ਕਿਤੇ ਉਮੀਦਵਾਰ ਆਪਸ ਦੇ ਵਿੱਚ ਲੜ ਪਏ, ਕਿਤੇ ਸਮਰਥਕ ਆਪਸ ਦੇ ਵਿੱਚ ਭਿੜ ਪਏ, ਕਿਤੇ ਪੋਲਿੰਗ ਬੂਥ ਆ ਜਿਹੜਾ ਪੱਟਤਾ, ਕਿਤੇ ਟੈਂਟ ਪਾੜਤਾ। ਇਹੋ ਜਿਹੀਆਂ ਖਬਰਾਂ ਹੀ ਆਈ ਗਈਆਂ। ਬਿਲਕੁਲ। ਔਰ ਤੁਸੀਂ ਇਹ ਵੇਖੋ, ਇਹ ਤਾਂ ਚਲੋ ਹੋ ਗਈਆਂ ਹਿੰਸਕ ਵਾਰਦਾਤਾਂ। ਇਸ ਤੋਂ ਇਲਾਵਾ ਬਹੁਤੀਆਂ ਥਾਵਾਂ ਤੇ ਜਾਲੀ ਵੋਟਾਂ ਪੈਣ ਦੀਆਂ ਖਬਰਾਂ ਵੀ ਸਾਹਮਣੇ ਆਈਆਂ। ਇੱਥੋਂ ਤੱਕ ਕਿ ਮਰੇ ਹੋਏ ਲੋਕਾਂ ਦੇ ਨਾਂ ਤੇ ਵੀ ਵੋਟਾਂ ਪੈ ਗਈਆਂ। ਤੇ ਹਾਲੇ ਅਸੀਂ ਇਹ ਗੱਲ ਕਹਿੰਦੇ ਆ ਕਿ ਈਵੀਐਮ ਦੇ ਕਰਕੇ ਸਾਰਾ ਕੁਝ ਠੀਕ ਆ, ਬਿਲਕੁਲ ਪਾਰਦਰਸ਼ੀ ਹੁੰਦਾ ਕਹਿਣ ਨੂੰ ਜੀ। ਔਰ ਇਹ ਖਬਰ ਆਈ ਹੈ ਜੀ, ਜਿਹੜੀ ਮੈਂ ਗੱਲ ਕੀਤੀ ਮਰੇ ਹੋਏ ਵਿਅਕਤੀ ਦੀ, ਇਹ ਨਾ ਹੁਸ਼ਿਆਰਪੁਰ ਦੇ ਵਿੱਚ ਵਾਰਡ ਨੰਬਰ 12 ਹੈ, ਉਹਦਾ ਬੂਥ ਨੰਬਰ 28। ਉੱਥੇ ਕਹਿੰਦੇ ਕਿ ਮਨਸਾ ਰਾਮ ਨਾਮ ਦਾ ਇੱਕ ਵਿਅਕਤੀ, ਜਿਹਦੀ ਕਿ 20 ਸਾਲ ਪਹਿਲਾਂ ਮੌਤ ਹੋ ਚੁੱਕੀ ਹੈ, ਉਹਦੀ ਵੋਟ ਪਾ ਗਿਆ ਕੋਈ। ਤੇ ਬਾਅਦ ਦੇ ਵਿੱਚ ਰੌਲਾ ਪਿਆ ਤੇ ਹੱਲ ਕੋਈ ਨਹੀਂ ਨਿਕਲਿਆ ਜੀ। ਉਸ ਤੋਂ ਬਾਅਦ ਵਿੱਚ ਵਾਰਡ ਨੰਬਰ 49 ਦੇ ਵਿੱਚ ਇਹ ਉੱਥੇ ਕਹਿੰਦੇ ਇੱਕ ਔਰਤ ਵਿਚਾਰੀ 1.5 ਘੰਟਾ ਕਤਾਰ ਦੇ ਵਿੱਚ ਖੜੀ ਰਹੀ ਆਪਣੀ ਵਾਰੀ ਦੀ ਉਡੀਕ ਦੇ ਵਿੱਚ। ਜਦੋਂ ਉਹਦੀ ਵਾਰੀ ਆਈ ਤਾਂ ਉਹਨੂੰ ਪਤਾ ਲੱਗਾ ਵੀ ਤੇਰੀ ਤਾਂ ਕਹਿੰਦੇ ਕੋਈ ਵੋਟ ਹੀ ਪਾ ਗਿਆ, ਤੇਰੀ ਵੋਟ ਪੈ ਚੁੱਕੀ ਆ। ਉਸ ਤੋਂ ਬਾਅਦ ਵਿੱਚ ਜਦੋਂ ਬੀਬੀ ਨੇ ਰੌਲਾ ਪਾਇਆ ਵੀ ਮੈਂ ਤਾਂ ਪਾਈ ਨਹੀਂ ਵੋਟ, ਤੇ ਫਿਰ ਕਿਵੇਂ ਪੈ ਗਈ? ਤੇ ਉਸ ਤੋਂ ਬਾਅਦ ਵਿੱਚ ਟੈਂਡਰ ਵੋਟ। ਇਹ ਟੈਂਡਰ ਵੋਟ ਕੀ ਹੁੰਦੀ ਹੈ? ਇਹਦਾ ਮਤਲਬ ਇਹ ਆ ਕਿ ਜਦੋਂ ਇਦਾਂ ਦਾ ਕੋਈ ਵਿਵਾਦ ਪੈਦਾ ਹੋ ਜੇ, ਉਸ ਤੋਂ ਬਾਅਦ ਬੈਲਟ ਪੇਪਰ ਦੇ ਰਾਹੀਂ ਉਹਦੀ ਵੋਟ ਪਵਾਈ ਜਾਂਦੀ ਆ। ਇਹਨੂੰ ਟੈਂਡਰ ਵੋਟ ਕਹਿੰਦੇ ਆ। ਬਾਕੀ ਸਾਰੀਆਂ ਵੋਟਾਂ ਜਿਹੜੀਆਂ ਈਵੀਐਮ ਦੇ ਰਾਹੀਂ ਪਈਆਂ। ਮੈਂ ਇੱਕ ਪਾਰਟੀ ਦੇ ਉਮੀਦਵਾਰ ਦੀ ਗੱਲ ਸੁਣੀ, ਉਹ ਵਿਚਾਰਾ ਆਪਦਾ ਦੁਖੜਾ ਰੋ ਰਿਹਾ, ਕਹਿੰਦਾ ਮੇਰੀ ਵੀ ਤੇ ਮੇਰੀ ਵੋਟੀ ਦੀ ਵੀ ਕੋਈ ਹੋਰ ਪਾ ਗਿਆ। ਹੱਦ ਹੀ ਹੋ ਗਈ ਹੈ। ਮੈਂ ਕਿਹਾ ਵੀ ਤੂੰ ਤਾਂ ਮੇਰਾ ਲੁੱਟ ਲਿਆ। ਪਰ ਗੱਲ ਇਹ ਹੈ ਟਾਣਾ ਸਾਹਿਬ ਵੀ ਜੇਕਰ ਆਪਾਂ ਵਾਰ-ਵਾਰ ਇਹ ਗੱਲ ਕਰਦੇ ਆ ਈਵੀਐਮ ਮਸ਼ੀਨਾਂ ਦੀ, ਹੈ ਨਾ, ਵੀ ਬਹੁਤ ਸਾਰੇ ਲੋਕਾਂ ਨੂੰ ਇਹਨਾਂ ਮਸ਼ੀਨਾਂ ਤੇ ਇਤਰਾਜ਼ ਵੀ ਹੈ, ਬਹੁਤ ਸਾਰੇ ਲੋਕ ਇਹਦੇ ਹੱਕ ਦੇ ਵਿੱਚ ਵੀ ਹੈ। ਪਰ ਜੇ ਸਾਰਾ ਕੁਝ ਏਦਾਂ ਧਾਂਦਲੀ ਹੋਣੀ ਹੋਈ ਹੈ, ਜੇ ਸਾਰਾ ਕੁਝ ਗੜਬੜ ਹੋਣੀ ਹੋਈ ਹੈ, ਤੇ ਫਿਰ ਇਹਨਾਂ ਮਸ਼ੀਨਾਂ ਦਾ ਫਾਇਦਾ ਕੀ? ਨਹੀਂ, ਮੈਂ ਤਾਂ ਪਹਿਲਾਂ ਵੀ ਗੱਲ ਕਹਿਦਾ ਹੁੰਦਾ ਵੀ ਜਿਹੜੀਆਂ ਸਥਾਨਕ ਚੋਣਾਂ ਹੁੰਦੀਆਂ ਨਾ, ਭਾਵੇਂ ਸਥਾਨਕ ਸਰਕਾਰਾਂ ਦੀਆਂ ਕੋਈ ਵੀ ਚੋਣਾਂ ਹੋਣ, ਉਹਦੇ ਵਿੱਚ ਆਹਾ ਹੀ ਕੁਝ ਹੁੰਦਾ। ਜਦੋਂ ਅਕਾਲੀ ਦਲ ਦੀ ਤੇ ਭਾਜਪਾ ਗੱਠਜੋੜ ਦੀ ਪੰਜਾਬ 'ਚ ਸਰਕਾਰ ਸੀ, ਲੋਕਤੰਤਰ ਕਾਂਗਰਸ ਨੂੰ ਬੜਾ ਚੇਤੇ ਆਉਂਦਾ ਸੀ। ਉਹ ਕਹਿੰਦੇ ਹੁੰਦੇ ਸੀ ਇਹ ਚੋਣਾਂ ਹੋ ਨਹੀਂ ਰਹੀਆਂ, ਇਹ ਚੋਣਾਂ ਲੁੱਟੀਆਂ ਜਾ ਰਹੀਆਂ। ਹੁਣ ਕਾਂਗਰਸ ਦੀ ਸਰਕਾਰ ਆ, ਅਕਾਲੀ ਦਲ ਨੂੰ, ਭਾਜਪਾ ਨੂੰ, ਆਮ ਆਦਮੀ ਪਾਰਟੀ ਨੂੰ ਲੱਗਦਾ ਵੀ ਲੋਕਤੰਤਰ ਤਾਂ ਲੁੱਟਿਆ ਗਿਆ, ਇਹ ਤਾਂ ਜੀ ਚੋਣਾਂ ਲੁੱਟੀਆਂ ਜਾ ਰਹੀਆਂ। ਪਰ ਹੁਣ ਕਾਂਗਰਸੀ ਕਹਿੰਦੇ ਨਾ, ਇਹ ਸਾਡੇ ਵਿਕਾਸ ਦੇ ਕਰਕੇ ਆ। ਪਹਿਲਾਂ ਕਹਿੰਦੇ ਹੁੰਦੇ ਸੀਗੇ ਪਿਛਲੀ ਸਰਕਾਰ ਵਾਲੇ, ਇਹ ਸਾਡੇ ਵਿਕਾਸ ਦੇ ਕਰਕੇ ਆ। ਸੋ ਇਦਾਂ ਦਾ ਕੁਝ ਚੱਲਦਾ। ਪਰ ਦੁੱਖ ਹੁੰਦਾ ਜਦੋਂ ਕਿਸੇ ਵੀ ਥਾਂ ਦੇ ਉੱਤੇ ਕੋਈ ਹਿੰਸਕ ਘਟਨਾ ਵਾਪਰਦੀ ਆ, ਅਸੀਂ ਆਪਦੇ ਭੈਣ ਭਰਾਵਾਂ ਦੇ ਸਿਰ ਪਾੜੀ ਜਾਂਦੇ ਆ। ਯਾਰ ਮੁਹੱਲੇ ਦੇ ਵਿੱਚ ਕਦੇ ਜੀ ਨਹੀਂ ਕਰਦਾ ਵੀ ਕਿਸੇ ਨੂੰ ਓਏ ਵੀ ਕਹੀਏ। ਪਤਾ ਨਹੀਂ ਲੋਕ ਪਾਰਟੀਬਾਜ਼ੀ ਦੇ ਚੱਕਰ ਦੇ ਵਿੱਚ ਕਿਵੇਂ ਡਾਂਗਾ ਕੱਢ ਲੈਂਦੇ ਆ। ਪਤਾ ਨਹੀਂ ਲੋਕ ਇਹ ਸਮਝਦੇ ਹੀ ਨਹੀਂ ਵੀ ਜਦੋਂ ਕਿਤੇ ਕੱਲ ਨੂੰ ਲੋੜ ਪੈ ਗਈ ਤਾਂ ਮਹੱਲੇ ਵਾਲੇ ਨੇ ਪਹਿਲਾਂ ਖੜੇ ਹੋਣਾ ਨਾਲ, ਤੇ ਜਿਹੜੇ ਪਾਰਟੀ ਦੇ ਤੁਸੀਂ ਸਮਰਥਕ ਹੋ ਉਹ ਪਾਰਟੀ ਵਾਲੇ ਸ਼ਾਇਦ ਆਉਣ ਵੀ ਨਾ। ਨਹੀਂ, ਉਹਨਾਂ ਨੇ ਆਉਣਾ ਹੀ ਨਹੀਂ। ਉਹ ਤਾਂ ਜੇ ਕੋਈ ਮਰ ਜਾਵੇ ਤੇ ਬਹੁਤ ਵੱਡੇ ਪੱਧਰ ਤੇ ਖਬਰਾਂ ਬਣਨ, 5 ਮਿੰਟ ਬਹਿਣ ਆਉਂਦੇ ਹੁੰਦੇ ਆ। ਉਹਨਾਂ ਦੇ ਨਾਲ ਵੀ ਬਹੁਤ ਵੱਡੇ ਪੱਧਰ ਦੇ ਉੱਤੇ ਨਾ ਸੁਰੱਖਿਆ ਕਰਮਚਾਰੀਆਂ ਦੀਆਂ ਡਾਰਾਂ ਹੁੰਦੀਆਂ, ਉਹ ਤੁਹਾਨੂੰ ਦਵਾਨੀ ਨਹੀਂ ਦਿੰਦੇ। ਬਸ ਇੰਨੀ ਗੱਲ ਕਹਿ ਕੇ ਜਾਂਦੇ ਆ। ਤੇ ਪੱਤਰਕਾਰ ਉੱਥੇ ਵੀ ਹੁੰਦੇ ਆ ਕਿ ਅਸੀਂ ਇਸ ਪਰਿਵਾਰ ਦੇ ਹਮੇਸ਼ਾ ਨਾਲ ਖੜੇ ਹਾਂ। ਤੇ ਨਾਲ ਕੌਣ ਕਿਹਦੇ ਖੜਦਾ? ਸੋ ਇਸ ਕਰਕੇ ਭਾਈ ਆਪਾਂ ਇਸ ਚੁੰਗਲ ਦੇ ਵਿੱਚੋਂ ਬਾਹਰ ਨਿਕਲ ਗਏ ਕਿ ਪਾਰਟੀਬਾਜ਼ੀ ਅਸੀਂ ਸਿਰ ਦੇ ਉੱਤੇ ਚੱਕੀ ਰੱਖਣੀ ਆ। ਅਸੀਂ ਹੁਣ ਥੋੜੇ ਜਿਹਾ ਸਿਆਣੇ ਹੋ ਗਏ। ਮੈਂ ਤਾਂ ਕਦੇ ਕਦੇ ਐ ਮਹਿਸੂਸ ਕਰਨ ਲੱਗਦਾ ਵੀ ਜਿਵੇਂ ਇੰਨਾ ਕੁਝ ਹੋਣ ਦੇ ਬਾਵਜੂਦ ਪੰਜਾਬ ਦੇ ਵਿੱਚ ਆ ਨਗਰ ਨਿਗਮ, ਨਗਰ ਕੌਂਸਲ ਤੇ ਨਗਰ ਪੰਚਾਇਤ ਦੀਆਂ ਚੋਣਾਂ 'ਚ ਹਿੰਸਾ ਹੋਈ ਹੈ ਥਾਂ-ਥਾਂ, ਵੀ ਹਾਲੇ ਤਾਂ ਕਾਫੀ ਲੰਮਾ ਸਮਾਂ ਪਿਆ ਵਿਧਾਨ ਸਭਾ ਦੀਆਂ ਚੋਣਾਂ 'ਚ। ਅੱਜ ਸਾਨੂੰ ਐ ਲੱਗਦਾ ਵੀ ਇੱਕ ਬਹੁਤ ਵੱਡੀ ਜਾਗਰਤੀ ਆ ਗਈ ਆ। ਅੱਜ ਇਉਂ ਲੱਗਦਾ ਵੀ ਲੋਕ ਆਪਦੇ ਵੋਟ ਅਧਿਕਾਰ ਦੀ ਵਰਤੋਂ ਸੋਚ ਸਮਝ ਕੇ ਕਰਨਗੇ। ਕਿਤੇ ਇਹ ਤਾਂ ਨਹੀਂ ਵੀ ਕੱਲ ਨੂੰ ਜਦੋਂ ਅੰਦੋਲਨ ਸਮਾਪਤ ਹੋ ਗਿਆ ਫਿਰ ਅਸੀਂ ਉੱਥੇ ਹੀ ਆ ਜਾਈਏ, ਆ ਸਾਡੇ ਵਾਲੇ ਆ, ਸਾਡਾ ਪਰਦਾਦਾ ਇੱਧਰ ਸੀ, ਮੇਰਾ ਦਾਦਾ ਉੱਧਰ ਸੀ, ਅਸੀਂ ਫਲਾਣੀ ਪਾਰਟੀ ਨੂੰ ਵੋਟਾਂ ਪਾਉਣੇ ਹੁੰਨੇ ਆ। ਥੋੜਾ ਜਿਹਾ ਚੇਤੇ ਰੱਖੀਏ ਜੀ। ਪਰ ਲੱਗਦਾ ਨਹੀਂ ਕਿ ਲੋਕ ਚੇਤੇ ਰੱਖਣਗੇ। ਜੱਜ ਦਾ ਵਿਚਾਰ। ਟਾਣਾ ਸਾਹਿਬ ਹੁਣ ਆਪਾਂ ਗੱਲ ਕਰਦੇ ਹਾਂ ਹਰਿਆਣੇ ਦੀ।
ਹਰਿਆਣੇ ਦੇ ਖੇਤੀਬਾੜੀ ਮੰਤਰੀ ਨੇ ਨਵਾਂ ਹੀ ਚੰਦ ਚਾੜ ਦਿੱਤਾ। ਪਹਿਲੀ ਵਾਰੀ ਚਾੜਿਆ, ਇਸ ਤੋਂ ਪਹਿਲਾਂ ਵੀ ਕਈ ਵਾਰ ਜੇਪੀ ਦਲਾਲ ਹੋਰਾਂ ਨੇ ਚੰਦ ਚਾੜਿਆ ਆਪਦੇ ਸ਼ਬਦਾਂ ਦੇ ਰਾਹੀਂ। ਜੀ ਪਰ ਗੱਲ ਇਹ ਹੈ ਟਾਣਾ ਸਾਹਿਬ ਕਿ ਜਿਹੜੇ ਵੀ ਤੁਸੀਂ ਮੰਤਰੀ ਹੋ ਹਨਾ, ਜਿਹੜੇ ਖਾਸ ਇੱਕ ਖੇਤਰ ਨਾਲ ਜੁੜੇ ਹੋਏ ਤੁਸੀਂ ਕਿਸੇ ਵੀ ਵਿਭਾਗ ਦੇ ਹੋ ਜੀ ਹਨਾ, ਤੇ ਤੁਸੀਂ ਜੇ ਉਸੇ ਵਿਭਾਗ ਦੇ ਬਾਰੇ ਚ ਜਾਂ ਉਸ ਖੇਤਰ ਨਾਲ ਜੁੜੇ ਹੋਏ ਲੋਕਾਂ ਦੇ ਬਾਰੇ ਚ ਆਪਣੇ ਮਨ ਦੇ ਵਿੱਚ ਆਹ ਕੁਝ ਰੱਖਦੇ ਹੋ ਤਾਂ ਫਿਰ ਤਾਂ ਤੁਹਾਨੂੰ ਮੰਤਰੀ ਹੋਣਾ ਹੀ ਨਹੀਂ ਚਾਹੀਦਾ। ਕਦੇ ਖੇਤੀ ਕੀਤੀ ਹੋਵੇ ਤਾਂ ਪਤਾ ਲੱਗੇ ਨਾ ਵੀ ਖੇਤੀ ਕਰਨ ਵਾਲੇ ਦਾ ਦਰਦ ਕੀ ਹੁੰਦਾ ਜੀ। ਕਦੇ ਖੇਤੀ ਮਾੜੀ ਮੋਟੀ ਹੱਥੀਂ ਕੀਤੀ ਹੋਵੇ ਫਿਰ ਪਤਾ ਲੱਗੇ ਵੀ ਮੰਡੀ ਦੇ ਵਿੱਚ ਜਾ ਕੇ ਕਿਸਾਨ ਕਿਵੇਂ ਰੁਲਦਾ। ਕਦੇ ਖੇਤੀ ਕਰਨ ਬਾਰੇ ਸੋਚਿਆ ਵੀ ਹੋਵੇ, ਓੜਮੇ ਕੋੜਮੇ ਦੇ ਵਿੱਚ ਉਹ ਖੇਤੀਬਾੜੀ ਕਰਦਾ ਹੋਵੇ, ਪਤਾ ਹੋਵੇ ਵੀ ਭਾਈ ਕਣਕ ਦਾ ਰੇਟ ਕੀ ਆ, ਇਹ ਕਿਸਾਨ ਦੇ ਸਿਰ ਤੇ ਕਰਜ਼ਾ ਕਿਉਂ ਚੜਦਾ, ਕਿੰਨੇ ਪਾਣੀ ਲਾਉਣੇ ਪੈਂਦੇ ਆ, ਇਹ ਐਮਐਸਪੀ ਦਾ ਰੌਲਾ ਕਿਹੜੀ ਗੱਲੋਂ ਪੈ ਰਿਹਾ, ਖੇਤੀ ਕਾਨੂੰਨ ਰੱਦ ਕਰਨ ਦੀ ਜ਼ਰੂਰਤ ਕਿਉਂ ਮਹਿਸੂਸ ਕੀਤੀ ਜਾ ਰਹੀ ਹੈ। ਸੋ ਜਦੋਂ ਸਾਰਾ ਕੁਝ ਏਸੀ ਕਮਰੇ ਦੇ ਵਿੱਚ ਬੈਠ ਕੇ ਜਾਂ ਫਿਰ ਹੀਟਰ ਵਾਲੇ ਕਮਰੇ ਦੇ ਵਿੱਚ ਬੈਠ ਕੇ ਸਿਆਲਾਂ ਦੇ ਵਿੱਚ ਉਲੀਕਣਾ ਵੀ ਨਾ ਜੀ ਨਾ ਸਾਡੀ ਸਰਕਾਰ ਨੇ ਤਾਂ ਕਮਾਲ ਕਰਤੀ ਆ। ਹੁਣ ਦੇਖੋ ਦੁੱਖ ਹੈ ਇਸ ਗੱਲ ਦਾ, ਪੱਤਰਕਾਰਾਂ ਨੇ ਜੇਪੀ ਦਲਾਲ ਨੂੰ ਸਵਾਲ ਕੀਤਾ, ਕਹਿੰਦੇ ਜੀ ਕਿ ਬਾਰਡਰਾਂ ਦੇ ਉੱਤੇ ਕਿਸਾਨ ਲਗਾਤਾਰ ਮੌਤ ਦੀ ਬੁੱਕਲ 'ਚ ਜਾ ਰਹੇ, ਕੀ ਕਹੋਗੇ। ਕਹਿੰਦਾ ਜੀ ਜਦੋਂ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਬੈਠੇ ਹੋਣ ਤਾਂ 100 150 200 ਤਾਂ ਮਰ ਹੀ ਜਾਂਦਾ ਹੁੰਦਾ, ਇਹ ਕਿੰਨੀ ਕੁ ਵੱਡੀ ਗੱਲ ਆ। ਕਹਿੰਦਾ ਜੀ ਇਹ ਲੋਕ ਤਾਂ ਘਰੇ ਬੈਠੇ ਵੀ ਮਰ ਜਾਣੇ ਸੀ, ਇੰਨੀ ਕੁ ਤਾਂ ਮੌਤ ਦਰ ਹੈਗੀ ਆ। ਫਿਰ ਕਹਿੰਦਾ ਜੀ ਇਹ ਤਾਂ ਆਪਣੀ ਸਵੈ ਇੱਛਾ ਦੇ ਨਾਲ ਮਰ ਰਹੇ ਆ, ਤੇ ਜਿਹੜੇ ਇਹ ਲਾਲ ਝੰਡੇ ਵਾਲੇ ਇਹ ਤਾਂ ਚੰਦਾ ਜੀਵੀ ਆ। ਇਹ ਦੇਖੋ ਜੁਮਲਾ ਜੀਵੀ ਪਾਰਟੀ ਦੇ ਲੋਕ ਆ ਜਿਹੜੇ ਉਹ ਇਦਾਂ ਦੀਆਂ ਗੱਲਾਂ ਕਿਸਾਨਾਂ ਬਾਰੇ ਕਰ ਰਹੇ, ਸ਼ਰਮ ਆਉਣੀ ਚਾਹੀਦੀ ਹੈ। ਮੈਨੂੰ ਸਮਝ ਨਹੀਂ ਆਉਂਦੀ ਕਿ ਪ੍ਰਧਾਨ ਮੰਤਰੀ ਸਾਹਿਬ ਨੇ ਆ ਜੀਵੀ ਸ਼ਬਦ ਕੀ ਨਾਲ ਜੋੜ ਲਿਆ ਇੱਕ ਅੱਖਰ ਦੇ, ਉਸ ਤੋਂ ਬਾਅਦ ਵਿੱਚ ਤੁਸੀਂ ਹਰ ਚੀਜ਼ ਨੂੰ ਜੀਵੀ 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 ਹਰ ਚੀਜ਼ ਨੂੰ ਜੀਵੀ। ਉਹ ਜੇ ਲੋਕ ਤੁਹਾਨੂੰ ਜੀਵੀ 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 ਕਰਕੇ ਕੋਈ ਨਾਂ ਦੇਣ ਤੇ ਆਏ ਨਾ ਤਾਂ ਤੁਹਾਡੇ ਤੋਂ ਨਾਂ ਨਹੀਂ ਗਿਣ ਹੋਣੇ ਵੀ ਕਿੰਨੇ ਨਾਂ ਬਣ ਜਾਣੇ ਨੇ। ਸੋ ਤੁਸੀਂ ਇਹਨਾਂ ਗੱਲਾਂ ਨੂੰ ਦੁਹਰਾਉਣਾ ਬੰਦ ਕਰੋ। ਨਾਲੇ ਇਹ ਗੱਲ ਕੋਈ ਕਹਿਣ ਵਾਲੀ ਨਹੀਂ ਹੁੰਦੀ ਵੀ ਨਾ ਤਾਂ ਘਰੇ ਬੈਠੇ ਤਾਂ ਫਿਰ ਕਿਸੇ ਨੇ ਵੀ ਮਰ ਜਾਣਾ ਸੀ ਜੇ ਇਉਂ ਆਪਾਂ ਚੱਲੀਏ ਤਾਂ। ਤੁਸੀਂ ਇਹਦਾ ਮਤਲਬ ਇਹ ਸੋਚਦੇ ਆ ਵੀ ਜਿਹੜੇ ਬਾਰਡਰ ਦੇ ਉੱਤੇ ਸਰਹੱਦਾਂ ਦੇ ਉੱਤੇ ਸਾਡੇ ਫੌਜੀ ਵੀਰ ਖੜੇ ਆ, ਇਉਂ ਤਾਂ ਉਹ ਵੀ ਸ਼ਹੀਦੀ ਪ੍ਰਾਪਤ ਕਰਦੇ ਆ। ਕੱਲ ਨੂੰ ਤੁਸੀਂ ਕਹੋਗੇ ਜੀ ਇਹ ਤਾਂ ਲਿਖਿਆ ਸੀ, ਇਹ ਤਾਂ ਐ ਹੋ ਹੀ ਜਾਣਾ ਸੀ, ਜੇ ਘਰੇ ਵੀ ਬੈਠੇ ਹੁੰਦੇ ਰਜਾਈ 'ਚ ਵੀ ਮੌਤ ਹੋ ਸਕਦੀ ਸੀ। ਇਹਦਾ ਮਤਲਬ ਤੁਹਾਡੀ ਸੋਚ ਇਹ ਆ, ਇੱਕ ਪਾਸੇ ਕਹਿੰਦੇ ਜੈ ਜਵਾਨ ਤੇ ਜੈ ਕਿਸਾਨ। ਆਪਾਂ ਇਸ ਵੇਲੇ ਕਿਸਾਨ ਦੇ ਪ੍ਰਤੀ ਕਿਹੋ ਜੀ ਧਾਰਨਾ ਰੱਖਦੇ ਆ, ਤੇ ਇਹਨਾਂ ਕਿਸਾਨਾਂ ਦੇ ਪੁੱਤ ਉਹ ਜਵਾਨ ਆ। ਇਹ ਜੈ ਜਵਾਨ ਜੈ ਕਿਸਾਨ ਦੀ ਕੜੀ ਇਉਂ ਜੁੜਦੀ ਆ। ਤੁਹਾਡਾ ਤਾਂ ਕਿਸੇ ਦਾ ਧੀ ਪੁੱਤ ਨਾ ਬਾਰਡਰ ਦੇ ਉੱਤੇ ਆ ਨਾ ਇੱਥੇ ਹੱਦ ਦੇ ਉੱਤੇ ਦਿੱਲੀ ਦੇ ਵਿੱਚ ਆ, ਇਸ ਕਰਕੇ ਤੁਹਾਨੂੰ ਤਾਂ ਆਉਂਦੀਆਂ ਕਿਤੇ ਤਾਂ ਤੁਹਾਨੂੰ ਤਾਂ ਸੁਝਦੀਆਂ ਸ਼ਰਾਰਤਾਂ, ਤੁਸੀਂ ਤਾਂ ਕੱਢਦੇ ਹੋ ਕਿਹੜਾ, ਤੁਸੀਂ ਤਾਂ ਕਰਦੇ ਹੋ ਘੁਣਤਰਾਂ। ਇਸ ਕਰਕੇ ਭਾਈ ਥੋੜਾ ਜਿਹਾ ਸੋਚ ਕੇ ਬੋਲਿਆ ਕਰੋ। ਬਾਅਦ ਦੇ ਵਿੱਚ ਕਹਿੰਦੇ ਹੋ ਕਿ ਜੀ ਵਿਰੋਧੀ ਪਾਰਟੀਆਂ ਨੇ ਐ ਕਰ ਦਿੱਤਾ, ਇਹ ਤਾਂ ਜੀ ਕਿਸਾਨ ਗੁੰਮਰਾਹ ਹੋ ਗਏ, ਤੁਹਾਡੀਆਂ ਇਹਨਾਂ ਗੱਲਾਂ ਦੇ ਕਰਕੇ ਅੱਕੇ ਪਏ ਆ। ਨਾਲੇ ਸਭ ਤੋਂ ਵੱਡੀ ਚੀਜ਼ ਇਹ ਹੈ ਟਾਣਾ ਸਾਹਿਬ ਵੀ ਪਹਿਲਾਂ ਤੁਸੀਂ ਤੋਲਦੇ ਨਹੀਂ ਬੋਲਦੇ ਹੋ, ਬਾਅਦ ਵਿੱਚ ਤੁਸੀਂ ਮਾਫੀ ਮੰਗਣ ਲੱਗੇ ਵੀ ਮਿੰਟ ਨਹੀਂ ਲਾਉਂਦੇ। ਬਿਲਕੁਲ ਤੁਹਾਡੀ ਗੱਲ ਸਹੀ। ਜਦੋਂ ਰੌਲਾ ਪੈ ਗਿਆ ਕਹਿੰਦੇ ਜੀ ਮੇਰੇ ਬਿਆਨ ਦਾ ਗਲਤ ਅਰਥ ਕੱਢਿਆ ਗਿਆ, ਮੇਰੇ ਕਹਿਣ ਦਾ ਮਤਲਬ ਇਹ ਨਹੀਂ ਸੀ, ਹੋਰ ਕੀ ਸੀ ਫਿਰ। ਹਾਂ ਮਤਲਬ ਬੰਦਾ ਉਹਨਾਂ ਨੂੰ ਪੁੱਛੇ ਵੀ ਤੁਸੀਂ ਐਂ ਕਰੋ, ਫਿਰ ਵਿਸਥਾਰ ਸਹਿਤ ਵਿਆਖਿਆ ਹੀ ਕਰੋ ਆਪਣੇ ਬਿਆਨ ਦੀ। ਤੁਸੀਂ ਦੱਸ ਲਓ ਵੀ ਤੁਸੀਂ ਕਿਹੜੇ ਲਹਿਜ਼ੇ ਦੇ ਵਿੱਚ ਕੀ ਸੋਚ ਕੇ ਤੇ ਕਿਉਂ ਇਹ ਗੱਲ ਕਹੀ ਸੀ, ਤੁਸੀਂ ਦੱਸ ਦਿਓ, ਫਿਰ ਦਿਓ ਵਿਸਥਾਰ। ਮੌਤ ਦੀ ਬੁੱਕਲ ਦੇ ਵਿੱਚ ਜਾ ਰਹੇ ਕਿਸਾਨ ਤੁਹਾਨੂੰ ਮਰੇ ਨਹੀਂ ਲੱਗਦੇ, ਕਾਲੇ ਕਾਨੂੰਨਾਂ ਦੇ ਵਿੱਚ ਤੁਹਾਨੂੰ ਕੁਝ ਕਾਲਾ ਨਹੀਂ ਦਿਸਦਾ, ਤੁਹਾਨੂੰ ਦਿਸਦਾ ਕੀ ਇਹਦਾ ਮਤਲਬ ਇਹ ਦੱਸ ਦਿਓ ਜੀ। ਇਹਨਾਂ ਨੂੰ ਦਿਸਦਾ, ਇਹਨਾਂ ਨੂੰ ਸਿਰਫ ਆਪਣੇ ਫੈਸਲੇ ਸਹੀ ਦਿਸਦੇ ਨੇ, ਇਸ ਤੋਂ ਇਲਾਵਾ ਇਹਨਾਂ ਨੂੰ ਕੁਝ ਨਹੀਂ ਦਿਸਦਾ। ਇਹਨਾਂ ਨੂੰ ਆਮ ਲੋਕ ਨਹੀਂ ਦਿਸਦੇ, ਇਹਨਾਂ ਨੂੰ ਲੋਕਾਂ ਦੇ ਦੁੱਖ ਤਕਲੀਫਾਂ ਨਹੀਂ ਦਿਖਦੇ, ਇਹਨਾਂ ਦਾ ਜੋ ਦਿਲ ਆਉਂਦਾ ਹੈ ਬੋਲਦੇ ਨੇ। ਜੇਕਰ ਤੁਹਾਨੂੰ ਇਹ ਲੱਗਦਾ ਹੈ ਕਿ ਤੁਸੀਂ ਵਾਕਈ ਗੱਲ ਸਹੀ ਕਰਦੇ ਹੋ ਤਾਂ ਫਿਰ ਬਾਅਦ ਚ ਮਾਫੀ ਨਾ ਮੰਗੋ। ਹਰਿਆਣੇ ਦੇ ਵਿੱਚ ਹੁਣ ਵੱਖ-ਵੱਖ ਥਾਵਾਂ ਤੇ ਕਿਸਾਨਾਂ ਨੇ ਪੁਤਲੇ ਫੂਕਣੇ ਸ਼ੁਰੂ ਕੀਤੇ ਦਲਾਲ ਦੇ। ਉਹ ਕਹਿੰਦੇ ਵੀ ਜਿੰਨੀ ਦੇਰ ਤੱਕ ਅਸਤੀਫਾ ਨਹੀਂ ਦਿੱਤਾ ਜਾਂਦਾ ਇਹਦੇ ਵੱਲੋਂ ਜਾਂ ਖੱਟੜ ਹੋਰੀ ਦਬਾਅ ਨਹੀਂ ਬਣਾਉਂਦੇਗੇ ਅਸਤੀਫੇ ਦੇ ਲਈ, ਉਨੀ ਦੇਰ ਤੱਕ ਅਸੀਂ ਇਵੇਂ ਵਿਰੋਧ ਪ੍ਰਦਰਸ਼ਨ ਜਾਰੀ ਰੱਖਣਾ। ਪਰ ਦੂਜੀ ਵੱਡੀ ਗੱਲ ਇਹ ਹੈ ਵੀ ਹਰਿਆਣੇ ਦੀ ਸਰਕਾਰ ਨੂੰ ਇਸ ਗੱਲ ਦੀ ਸਮਝ ਹੋਣੀ ਚਾਹੀਦੀ ਹੈ, ਕੁਝ ਕੁ ਵਿਧਾਇਕਾਂ ਦੇ ਸਿਰ ਦੇ ਉੱਤੇ ਜਿਹੜੇ ਦੁਸ਼ਯੰਤ ਚੌਟਾਲਾ ਦੀ ਪਾਰਟੀ ਦੇ ਆ, ਉਹਦੇ ਕਰਕੇ ਸਰਕਾਰ ਬਚੀ ਹੋਈ ਹੈ। ਤੇ ਜੇਕਰ ਉਧਰਲੇ ਪਾਸੇ ਕੋਈ ਭੁਆਂਟਣੀ ਆ ਗਈ ਨਾ ਤੇ ਪਹਿਲੀ ਵਿਕਟ ਹਰਿਆਣੇ ਦੀ ਸਰਕਾਰ ਦੇ ਤੌਰ ਤੇ ਡਿੱਗਣੀ ਆ। ਇਸ ਕਰਕੇ ਤੋਲ ਕੇ ਬੋਲਣਾ ਚਾਹੀਦਾ, ਜਿਹੜੇ ਲੋਕ ਉੱਥੇ ਦੁਖਿਆਰੇ ਬੈਠੇ ਆ ਨਾ ਉਹਨਾਂ ਦਾ ਮਜ਼ਾਕ ਨਹੀਂ ਉਡਾਉਣਾ ਚਾਹੀਦਾ। ਸਭ ਤੋਂ ਵੱਡੀ ਚੀਜ਼ ਟਾਣਾ ਸਾਹਿਬ ਦੁੱਖ ਇਸ ਚੀਜ਼ ਦਾ ਹੈ ਕਿ ਪ੍ਰਧਾਨ ਮੰਤਰੀ ਸਾਹਿਬ ਨੂੰ ਟੁੱਟੇ ਹੋਏ ਟਾਵਰ ਤਾਂ ਦਿਖਦੇ ਨੇ, ਉਹਦੇ ਬਾਰੇ ਚ ਤਾਂ ਉਹ ਜ਼ਰੂਰ ਰਾਜ ਸਭਾ ਦੇ ਵਿੱਚ ਬੋਲਦੇ ਨੇ ਕਿ ਟਾਵਰ ਕਿਉਂ ਤੋੜੇ, ਇਹ ਕੀ ਗੱਲ ਹੋਈ, ਪਰ ਉਹਨਾਂ ਨੂੰ ਆਪਣੇ ਜਿਹੜੇ ਬੰਦੇ ਇਹੋ ਜਿਹੇ ਬਿਆਨ ਦਿੰਦੇ ਨੇ ਉਹ ਨਹੀਂ ਨਜ਼ਰ ਆਉਂਦੇ। ਕਦੇ ਵੀ ਉਹਨਾਂ ਬਾਰੇ ਉਹ ਇਹ ਗੱਲ ਨਹੀਂ ਕਹਿੰਦੇ ਕਿ ਅਸੀਂ ਇਹਨਾਂ ਖਿਲਾਫ ਕਾਰਵਾਈ ਕਰਾਂਗੇ, ਇਹਨਾਂ ਨੂੰ ਆਮ ਲੋਕਾਂ ਬਾਰੇ ਭੱਦੀ ਸ਼ਬਦਾਵਲੀ ਨਹੀਂ ਵਰਤਣੀ ਚਾਹੀਦੀ, ਜਾਂ ਜੋ ਵੀ ਕਿਸੇ ਨੇ ਕਿਹਾ ਇਹ ਗਲਤ ਕਿਹਾ, ਇਦਾਂ ਨਹੀਂ ਬੋਲਿਆ ਜਾਣਾ ਚਾਹੀਦਾ। ਹੁਣ ਖੱਟੜ ਸਾਹਿਬ ਨੇ ਇੱਕ ਵਾਰੀ ਫਿਰ ਗੱਲ ਕਹੀ ਹੈ, ਉਹ ਕਹਿੰਦੇ ਵੀ ਅੰਦੋਲਨਾਂ ਦੇ ਵਿੱਚ ਜਿਹੜੀ ਜਾਇਦਾਦ ਦਾ ਨੁਕਸਾਨ ਹੁੰਦਾ ਇਹਦੀ ਭਰਪਾਈ ਅੰਦੋਲਨਕਾਰੀਆਂ ਦੇ ਕੋਲੋਂ ਕਰਵਾਇਆ ਕਰਾਂਗੇ, ਤੇ ਅੰਦੋਲਨਾਂ ਨੂੰ ਪ੍ਰਭਾਵਿਤ ਕਰਨ ਦੇ ਲਈ ਸੜਕਾਂ ਦੇ ਵਿਚਾਲੇ ਜਿਹੜੇ ਟੋਏ ਪੱਟ ਕੇ ਜਨਤਕ ਜਾਇਦਾਦ ਦਾ ਨੁਕਸਾਨ ਕੀਤਾ ਉਹਦੀ ਭਰਪਾਈ ਫਿਰ ਸਰਕਾਰ ਆਪਦੇ ਕੋਲੋਂ ਕਰੇ ਤੇ ਨਾਲੇ ਜਨਤਕ ਤੌਰ ਤੇ ਮਾਫੀ ਮੰਗੇ, ਇਹ ਵੀ ਲੋੜ ਆ ਜੀ। ਤੇ ਨਾਲੇ ਹੋ ਸਕਦਾ ਵੀ ਖੱਟੜ ਹੋਰਾਂ ਨੂੰ ਆਪਣੀਆਂ ਨੀਤੀਆਂ ਤੇ ਇੰਨਾ ਕੁ ਵਿਸ਼ਵਾਸ ਹੋਵੇ ਵੀ ਉਹਨਾਂ ਪਤਾ ਹੋਵੇ ਵੀ ਅੰਦੋਲਨ ਜਿਹੜੇ ਹੋਣੇ ਹੀ ਨੇ, ਤਾਂ ਹੀ ਉਹਨਾਂ ਨੇ ਪਹਿਲਾਂ ਐਲਾਨ ਕਰ ਦਿੱਤਾ। ਚੱਜ ਦਾ ਵਿਚਾਰ।
ਟੈਣਾ ਸਾਹਿਬ ਲੱਖਾ ਸਿਧਾਣਾ ਦੀ ਵੀ ਗ੍ਰਿਫਤਾਰੀ ਹੋ ਗਈ, ਚਰਚਾਵਾਂ ਨੇ। ਨਹੀਂ, ਇਹ ਚਰਚਾਵਾਂ ਹੀ ਆ ਜੀ। ਅਸਲ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਗਾਹ ਬਹੁਤ ਛੇਤੀ ਪੈਂਦਾ। ਕੋਈ ਵੀ ਗੱਲ ਮਾੜੀ ਜੀ ਲਿਖ ਦਿਓ ਤੇ ਨਾਲ ਦੀ ਨਾਲ ਬਿਨਾਂ ਸੋਚੇ ਸਮਝੇ ਠਾ 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 ਟਿੱਪਣੀਆਂ ਆਉਣਗੀਆਂ, ਨਾਲ ਦੀ ਨਾਲ ਲੋਕ ਸ਼ੇਅਰ ਕਰਨਾ ਸ਼ੁਰੂ ਕਰ ਦੇਣਗੇ। ਵਾਰ-ਵਾਰ ਬੇਨਤੀ ਕਰ ਕਰਕੇ ਥੱਕ ਗਏ ਆ। ਗੱਲ ਕੱਲੇ ਲੱਖੇ ਸਿਧਾਣੇ ਦੀ ਨਹੀਂ ਆ, ਗੱਲ ਕੱਲੇ ਰਾਜੇਵਾਲ ਹੋਰਾਂ ਦੀ ਨਹੀਂ ਆ, ਗੱਲ ਕੱਲੇ ਕਿਸਾਨ ਅੰਦੋਲਨ ਦੀ ਨਹੀਂ ਆ। ਗੱਲ ਇਹ ਆ ਵੀ ਕਿਸੇ ਵੀ ਮਾਮਲੇ ਦੇ ਉੱਤੇ ਤੁਹਾਡੇ ਕੋਲੇ ਕੋਈ ਵੀ ਪੋਸਟ ਆਉਂਦੀ ਹੈ, ਤੁਸੀਂ ਉਹਨੂੰ ਸਾਂਝੀ ਕਰਨ ਮੌਕੇ 3600 ਵਾਰ ਸੋਚੋ ਜੀ। ਤੁਹਾਡੇ ਕੋਲੇ ਕੋਈ ਵੀਡੀਓ ਆਉਂਦੀ ਹੈ, ਉਹਦੇ ਤੇ ਅੰਨਾ ਬਿਲਕੁਲ ਯਕੀਨ ਨਾ ਕਰੋ, ਨਾ ਕਿਸੇ ਦੇ ਉੱਤੇ ਬੜਾ ਭਰੋਸਾ ਕਰੋ ਤੇ ਨਾ ਹੀ ਕਿਸੇ ਨੂੰ ਬੜਾ ਦੁਰਕਾਰੋ। ਹੁਣ ਲੱਖੇ ਸਿਧਾਣੇ ਦੀ ਗ੍ਰਿਫਤਾਰੀ, ਬਹੁਤ ਵੱਡੇ ਵੱਡੇ ਟੀਵੀ ਚੈਨਲਾਂ ਦੇ ਉੱਤੇ ਖਬਰਾਂ ਆ ਗਈਆਂ, ਲੱਖਾ ਸਿਧਾਣਾ ਕੀ ਹੋਈ ਗ੍ਰਿਫਤਾਰੀ। ਕਈ ਨੈਸ਼ਨਲ ਟੀਵੀ ਚੈਨਲਾਂ ਦੇ ਉੱਤੇ ਵੀ ਇਹੋ ਜਿਹੀਆਂ ਖਬਰਾਂ ਆ ਗਈਆਂ, ਪਰ ਇਹ ਖਬਰਾਂ ਸੱਚੀਆਂ ਨਹੀਂ, ਇਹ ਖਬਰਾਂ ਬਿਲਕੁਲ ਝੂਠੀਆਂ। ਹੁਣ ਲੱਖੇ ਸਿਧਾਣੇ ਦੀ ਜੇ ਮੰਨ ਲਓ ਗ੍ਰਿਫਤਾਰੀ ਹੋ ਜਾਂਦੀ ਹੈ, ਉਹਦੇ ਨਾਲ ਕੀ ਹੋ ਜਾਣਾ? ਉਹ ਤਾਂ ਆਪ ਹੀ ਗੱਲ ਕਹਿ ਰਿਹਾ ਵਾਰ-ਵਾਰ ਕਿ ਭਾਈ ਸਾਰੇ ਕਿਸਾਨ ਏਕੇ ਦੇ ਵਿੱਚ ਰਹੋ, ਸਾਰੇ ਕਿਸਾਨਾਂ ਨੂੰ ਇਕੱਠੇ ਹੋ ਕੇ ਰਹਿਣਾ ਚਾਹੀਦਾ, ਕਿਸਾਨ ਆਗੂਆਂ ਦੇ ਵਿੱਚ ਬਿਲਕੁਲ ਦੁਫੇੜਦੀ ਹੋਣੀ ਚਾਹੀਦੀ ਤੇ ਜਿਨ੍ਹਾਂ ਨਾਲ ਸਾਡਾ ਮੱਥਾ ਲੱਗਿਆ ਉਹਨਾਂ ਨੂੰ ਬਹੁਤਾ ਚਾਰ ਹੀ ਚੜ੍ਹਨ ਦੇਣਾ ਚਾਹੀਦਾ ਵੀ ਭਾਈ ਇਹ ਤਾਂ ਪਾਟੋ ਧੜ ਦੇ ਸ਼ਿਕਾਰ ਹੋ ਗਏ। ਬਿਲਕੁਲ ਸਹੀ ਗੱਲ ਹੈ। ਅਫਵਾਹਾਂ ਪਤਾ ਨਹੀਂ ਕਿਉਂ ਅਸੀਂ ਬਹੁਤ ਜਲਦੀ ਫੈਲਾਉਂਦੇ ਆ। ਹਰ ਰੋਜ਼ ਅਸੀਂ ਇਹ ਕੋਸ਼ਿਸ਼ ਕਰਦੇ ਆ ਵੀ ਏਕਤਾ ਨੂੰ ਬਰਕਰਾਰ ਰੱਖਣ ਦਾ ਅਸੀਂ ਸੁਨੇਹਾ ਦਈਏ। ਹਰ ਰੋਜ਼ ਅਸੀਂ ਕਹਿੰਦੇ ਆ ਵੀ ਆਪਾਂ ਇਕੱਠੇ ਰਹੀਏ। ਹਾਲਾਂਕਿ ਇਹ ਗੱਲਾਂ ਕਹਿਣ ਦੀ ਨੌਬਤ ਨਹੀਂ ਆਉਣੀ ਚਾਹੀਦੀ, ਕਿਉਂਕਿ ਅੱਜ ਤੋਂ 2 ਮਹੀਨੇ ਪਹਿਲਾਂ ਦੀ ਜੇ ਆਪਾਂ ਗੱਲ ਕਰੀ ਤਾਂ ਉਦੋਂ ਇਹ ਗੱਲਾਂ ਕਹਿਣ ਦੀ ਲੋੜ ਨਹੀਂ ਸੀ ਪਈ, ਕਿਉਂਕਿ ਉਦੋਂ ਏਕਾ ਨਜ਼ਰ ਆ ਰਿਹਾ ਸੀ। ਪਰ ਹੁਣ ਅਸੀਂ ਆਪਣੇ ਵਿਰੋਧੀਆਂ ਨੂੰ ਕੋਈ ਵੀ ਮੌਕਾ ਨਾ ਦਈਏ ਕਿ ਅਗਲੇ ਗੱਲਾਂ ਕੱਢ ਕੇ ਮੁੜ ਕੇ ਗੋਦੀ ਮੀਡੀਆ ਦਾ ਭੰਡਦਾ ਵੀ ਬਹੁਤ ਹੈ, ਉਹ ਤੁਹਾਨੂੰ ਪਤਾ ਫਿਰ ਉਹਨਾਂ ਦੇ ਗੱਲ ਵੀ ਨਹੀਂ ਸੁੱਕਦੇ ਤੇ ਬੋਲੀ ਜਾਂਦੇ ਆ। ਆਪਾਂ ਉਹਨਾਂ ਨੂੰ ਮੌਕਾ ਕਿਉਂ ਦਿੰਦੇ ਆ ਬੋਲਣ ਦਾ? ਆਪਾਂ ਮੌਕਾ ਨਾ ਦਈਏ। ਜੋ ਚੱਲ ਰਿਹਾ ਹੈ, ਜਿਵੇਂ ਚੱਲ ਰਿਹਾ ਹੈ, ਉੱਥੇ ਆਪਣੀ ਰਾਏ ਜਿਹੜੀ ਹੈ ਨਾ ਆਪਣੇ ਵੱਲੋਂ ਬਣਾਈ ਹੋਈ ਉਹ ਪੇਸ਼ ਕਰਨ ਤੋਂ ਗੁਰੇਜ਼ ਕਰੀਏ। ਕੱਲ ਬੀਜੇਪੀ ਦੇ ਇੱਕ ਸਮਰਥਕ ਦਾ मैं बयान सुनिया, ਉਹਦੇ ਨਾਲ एक पत्रकार मुलाकात कर रहा, वो कह रहा ये किसान ये कौन से अन्नदाता हैं? ये अन्न उत्पादक हैं, ये अन्न को पैदा करने वाले हैं, इनको हम अन्नदाता नहीं मानते। वो कहना क्यों बोले हम अन्नदाता? ਤੇ ਪੱਤਰਕਾਰ ਨੇ ਕੋਈ ਸਵਾਲ ਨਹੀਂ ਕੀਤਾ। ਮੇਰੇ ਮਨ ਦੇ ਵਿੱਚ ਸਵਾਲ ਜ਼ਰੂਰ ਸੀ, ਜੇ ਕਿਤੇ ਮੈਨੂੰ ਮੌਕਾ ਮਿਲਦਾ ਵੀ ਤੁਹਾਡੀ ਪਾਰਟੀ ਦੇ ਨੇਤਾ ਕਹਿੰਦੇ ਹੁੰਦੇ ਵੀ ਅਸੀਂ ਚੌਕੀਦਾਰ ਆ, ਮੈਂ ਤਾਂ ਕਦੇ ਵੇਖਿਆ ਨਹੀਂ ਅੱਧੀ ਰਾਤ ਨੂੰ ਡਾਂਗ ਮੋਢੇ ਤੇ ਰੱਖ ਕੇ ਸੀਟੀਆਂ ਮਾਰਦੇ ਫਿਰਦੇ ਹੋਣ ਜੀ। ਤੇ ਨਾਲੇ ਮੈਂ ਉਹਨੂੰ ਇਹ ਸਵਾਲ ਕਰਾਂ ਕਿ ਤੁਸੀਂ ਕਹਿੰਦੇ ਹੋ ਵੀ ਰਾਜਨੀਤੀ ਸੇਵਾ ਹੈ, ਤਾਂ ਅਸੀਂ ਤਾਂ ਵੇਖਿਆ ਨਹੀਂ ਕਿਸੇ ਨੂੰ ਪੈਸੇ ਲੈ ਕੇ, ਤਨਖਾਹਾਂ ਲੈ ਕੇ, ਭੱਤੇ ਲੈ ਕੇ ਸੇਵਾ ਕਰਦੇ, ਫਿਰ ਤੁਸੀਂ ਸੇਵਾਦਾਰ ਕਿਵੇਂ ਹੋਏ ਬਈ? ਤੇ ਨਾਲੇ ਬੇਨਤੀ ਇਹ ਆ ਵੀ ਜਿਨ੍ਹਾਂ ਨੂੰ ਬਹੁਤ ਵੱਡੀ ਤੇ ਅੰਨੀ ਭਗਤੀ ਚੜੀ ਆ, ਕਿਸੇ ਵੀ ਪਾਰਟੀ ਦੀ, ਕਿਸੇ ਇੱਕ ਦੀ ਨਹੀਂ, ਕਿਸੇ ਵੀ ਸੂਬੇ ਦੇ ਵਿੱਚ, ਸਿਰਫ ਇਹ ਦੇਖੋ ਵੀ ਤੁਹਾਨੂੰ ਚੀਜ਼ਾਂ ਕਿਹੜੀਆਂ ਸਸਤੀਆਂ ਮਿਲਦੀਆਂ। मेरी बार-बार बेनती है उन्हां सारे ही भगतां नूं जिहड़े ये गल कहने भी हमारी तो सरकार ठीक है, हमारी सरकार तो धर्म की रक्षा करती है, धर्म का किते कोई नुकसान नहीं, इस वेले मनुखता का नुकसान हो रहा। धर्म तो बहुत उच्ची ते सुच्ची गल है, धर्म बहुत पवित्र है, असी उस पवित्रता नूं अपनी चोण रणनीति दे विच किवें वरतदे आ, ये माड़ी गल है। बिल्कुल। नाले हर आम इंसान तुसी किते भी किसे नाल भी गल करियो, ज्यादातर जिन्हां नाल तुहाडा वाह पएगा ना, बहुत घੱਟ लोग हुंदे ने जिहड़े कट्टड़ होण किसे भी चीज़ नूं लैके, पर हर धर्म दा सत्कार हर बंदा करदा है। हर एक धार्मिक थां दे अगे हर एक दा सिर जिहड़ा चुकदा। असल च मैं कहनी हुंदी आ धार्मिक बंदा भी ਉਹੀ है ਜਿਹੜਾ ਕਿ ਹਰ ਧਰਮ ਦਾ ਸਤਿਕਾਰ ਕਰੇ, ਮਨੁੱਖਤਾ ਦਾ ਸਤਿਕਾਰ ਕਰੇ, ਜਿਹਦਾ ਹਰ ਧਾਰਮਿਕ ਸਥਾਨ ਦੇ ਅੱਗੇ ਸਿਰ ਝੁਕੇ। ਕੋਈ ਵੀ ਧਰਮ ਆਪਸ ਚ ਲੜਨਾ ਥੋੜੀ ਸਿਖਾਉਂਦਾ। ਉਹ ਐਨਕਾਂ ਲਾ ਦਿਓ ਜਿਹਦੇ ਨਾਲ ਸਾਰਾ ਕੁਝ ਹਰਾ ਹਰਾ ਹੀ ਦਿਸਦਾ ਜੀ। ਉਹ ਐਨਕਾਂ ਬਿਲਕੁਲ ਨਹੀਂ ਚਾਹੀਦੀਆਂ ਜਿਹਦੇ ਕਰਕੇ ਸੁੱਕੀ ਚੀਜ਼ ਵੀ ਹਰੀ ਨਜ਼ਰ ਆਉਂਦੀ ਹੈ। ਉਹ ਐਨਕਾਂ ਲਾ ਦਿਓ ਜਿਹਦੇ ਕਰਕੇ ਤੁਹਾਨੂੰ 90 ਰੁਪਏ ਵਾਲਾ ਜਿਹੜਾ ਪੈਟਰੋਲ ਹੈ ਨਾ ਲੀਟਰ, ਉਹ 6 ਰੁਪਏ ਦਿਸਦਾ। ਆ ਮੈਂ ਹੁਣੇ ਇੱਕ ਪੜ੍ਹ ਕੇ ਹਟਿਆ, ਤੁਹਾਡੇ ਨਾਲ ਵੀ ਗੱਲ ਕੀਤੀ ਸੀ, ਕਹਿੰਦੇ ਵੀ ਰਾਮਦੇਵ ਹੋਰੀ ਕਹਿੰਦੇ ਹੁੰਦੇ ਵੀ ਸ਼ੀਰ ਸ਼ਾਸਨ ਕਰੋ, ਆ ਸਿਰ ਥੱਲੇ ਨੂੰ ਲੱਤਾਂ ਤਾਂ ਨੂੰ, ਕਹਿੰਦੇ ਵੀ ਪੈਟਰੋਲ ਪੰਪ ਦੀ ਮਸ਼ੀਨ ਮੂਰੇ ਜਾ ਕੇ ਐ ਕਰੋ, ਜਦੋਂ ਤੁਸੀਂ ਇਹ ਪੁੱਠੇ ਦੇਖੋਗੇ ਨਾ ਇਹਦੀ ਤੇ 90 ਰੁਪਏ ਵਾਲਾ ਨਾ ਇਹ 6 ਰੁਪਏ ਲੀਟਰ ਪੈਟਰੋਲ ਦਿਸੂਗਾ। ਬਿਲਕੁਲ ਸਹੀ। ਜ਼ੀਰੋ ਮੂਰੇ ਆ ਜਾਊਗੀ, 6 ਮਗਰ ਆ ਜਾਊਗਾ। ਹਾਂ, ਮਤਲਬ ਤੁਸੀਂ ਠੀਕ ਹੈ ਕਿਸੇ ਵੀ ਪਾਰਟੀ ਦੇ ਸਮਰਥਕ ਹੋ ਸਕਦੇ ਹੋ, ਪਰ ਸਹੀ ਨੂੰ ਸਹੀ, ਗਲਤ ਨੂੰ ਗਲਤ। ਪਤਾ ਨਹੀਂ ਕਿਉਂ ਮੂੰਹ ਦੇ ਵਿੱਚ ਕੁਝ ਰਹਿੰਦਾ ਹੀ ਨਹੀਂ, ਜ਼ੁਬਾਨ ਪਤਾ ਨਹੀਂ ਕਿੱਥੇ ਚਲੀ ਜਾਂਦੀ ਆ। ਆ ਦੇਖੋ ਆ ਡੀਜ਼ਲ ਦੀ ਕੀਮਤ ਕਿੰਨੀ ਹੋ ਗਈ, ਪੈਟਰੋਲ ਦੀ ਕੀਮਤ ਕਿੰਨੀ ਹੋ ਗਈ, ਸਿਲੰਡਰ ਦੀ ਕੀਮਤ ਵਧੀ ਜਾਂਦੀ ਆ। ਜੇ ਤੁਹਾਡੇ ਭਾਈ ਹਾਲੇ ਵੀ ਖਾਤੇ ਦੇ ਵਿੱਚ ਸਬਸਿਡੀ ਦਾ 650 ਰੁਪਇਆ ਆਉਂਦਾ ਨਾ, ਫਿਰ ਤਾਂ ਠੀਕ ਆ, ਪਰ ਜੇ 12-13 ਰੁਪਏ ਹੀ ਆਉਂਦੇ ਆ, ਮਾੜੀ ਜੀ ਗੈਰਤ ਜਗਾ ਲਓ, ਕੁਝ ਨਹੀਂ ਹੁੰਦਾ। ਮੇਰੇ ਤਾਂ 15 ਲੱਖ ਵੀ ਨਹੀਂ ਆਏ। ਅੱਛਾ, ਤੁਹਾਡੇ ਆਪਦੇ ਹੀ ਰੋਣੇ। ਜੱਜ ਦਾ ਵਿਚਾਰ। ਟੈਣਾ ਸਾਹਿਬ, ਅਕਸਰ ਜਦੋਂ ਤੋਂ ਇਹ ਕਿਸਾਨੀ ਸੰਘਰਸ਼ ਸ਼ੁਰੂ ਹੋਇਆ ਉਦੋਂ ਤੋਂ ਆਪਾਂ ਇਹ ਗੱਲ ਕਰਦੇ ਆ ਕਿ ਹਰ ਬੰਦਾ ਜਿਹੜਾ ਕਹਿੰਦੇ ਹੁੰਦੇ ਆ, ਕੀ ਤੁਸੀਂ ਕਹਿੰਦੇ ਹੁੰਦੇ ਹੋ, ਕੋਈ ਸੂਈ ਜੋਗਾ ਤੇ ਕੋਈ ਸਲਾਈ ਜੋਗਾ, ਹੈ ਨਾ। ਹਰ ਬੰਦੇ ਨੇ ਆਪੋ ਆਪਣਾ ਯੋਗਦਾਨ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਬਹੁਤ ਸਾਰੀਆਂ ਸੰਸਥਾਵਾਂ ਅੱਗੇ ਆਈਆਂ, ਬਹੁਤ ਸਾਰੇ ਲੋਕ ਅੱਗੇ ਆਏ ਜਿਨ੍ਹਾਂ ਨੇ ਮਿਸਾਲਾਂ ਪੈਦਾ ਕਰ ਦਿੱਤੀਆਂ। ਇਦਾਂ ਹੀ ਇੱਕ ਸ਼ਖਸ ਨੇ,
ਉਹਨਾਂ ਦੀ ਮੈਂ ਖਬਰ ਪੜ੍ਹ ਰਹੀ ਸੀ ਤੇ ਉਹ ਮਤਲਬ ਆਪਣੇ ਆਪ ਦੇ ਵਿੱਚ ਬਹੁਤ ਵੱਖਰੀ ਖਬਰ ਹੈ। ਇਹਨਾਂ ਦਾ ਨਾਮ ਹੈ ਜਗਤਾਰ ਸਿੰਘ ਢੀਂਡਸਾ ਜੀ, ਚੰਡੀਗੜ੍ਹੋਂ ਚੱਲੇ ਜੀ ਪੈਦਲ ਇਹ ਜੀ। ਇਹਨਾਂ ਨੇ ਪਿਛਲੇ 65 ਦਿਨਾਂ ਤੋਂ ਕੁਝ ਨਹੀਂ ਖਾਦਾ, ਲਗਭਗ 65 ਦਿਨ ਹੋ ਗਏ ਆ। ਭੁੱਖ ਹੜਤਾਲ ਇਹਨਾਂ ਨੇ ਸ਼ੁਰੂ ਕੀਤੀ ਹੋਈ ਹੈ। ਓਲੰਪਿਕ ਦੀ ਤਿਆਰੀ ਕਰ ਰਹੇ ਸੀ, weight ਲਿਫਟਰ ਦੇ ਤੌਰ ਦੇ ਉੱਤੇ, ਬਹੁਤ ਤਕੜੇ ਜੁੱਸੇ ਦੇ ਮਾਲਕ ਆ। 65 ਦਿਨ ਤੋਂ ਕੁਝ ਖਾਦਾ ਨਹੀਂ, ਓਲੰਪਿਕ ਦੀ ਤਿਆਰੀ ਵਿਚਾਲੇ ਛੱਡਤੀ ਕਿਉਂਕਿ ਕਿਸਾਨ ਅੰਦੋਲਨ ਨੇ ਦਿਲੋਂ ਦਿਮਾਗ ਦੇ ਉੱਤੇ ਅਸਰ ਬਹੁਤ ਕੀਤਾ। ਨੰਗੇ ਪੈਰੀ ਚੰਡੀਗੜ੍ਹ ਤੋਂ ਸ਼ੁਰੂ ਹੋ ਕੇ ਤੇ ਸਿੰਘੂ ਬਾਰਡਰ ਦੇ ਉੱਤੇ ਪਹੁੰਚੇ ਆ ਤੇ ਕਿਸਾਨ ਆਗੂਆਂ ਨੇ ਬਹੁਤ ਬੇਨਤੀ ਕੀਤੀ ਵੀ ਭਾਈ ਤੂੰ ਆਪਣੀ ਭੁੱਖ ਹੜਤਾਲ ਛੱਡ ਦੇ ਤੇ ਆਪਾਂ ਲਗਾਤਾਰ ਮਿਹਨਤ ਕਰ ਰਹੇ ਹਾਂ। ਪਰ ਕਹਿੰਦਾ ਨਹੀਂ, ਮੈਂ ਡਟਿਆ ਰਹਿਣਾ ਕਿਉਂਕਿ ਮੇਰੇ ਮਨ ਦੇ ਵਿੱਚ ਹਰਖਾ ਵੀ ਕੇਂਦਰ ਦੀ ਸਰਕਾਰ ਕਰੀ ਕੀ ਜਾਂਦੀ ਹੈ। ਦੇਖੋ ਉਹਨਾਂ ਦਾ ਹਰਖ ਆਪਣੀ ਥਾਂ। ਹੁਣ ਕਹਿ ਦਿਓ ਵੀ ਇਹਨੂੰ ਤਾਂ ਪਾਕਿਸਤਾਨ ਨੇ ਪਰੌਂਠੇ ਇਹੋ ਜਿਹੇ ਭੇਜੇ ਆ ਵੀ ਭਾਈ 4-5 ਮਹੀਨੇ ਭੁੱਖ ਨਹੀਂ ਲੱਗਦੀ। ਕਹਿ ਦਿਓ ਵੀ ਬਾਹਰੋਂ ਫੰਡਿੰਗ ਬਹੁਤ ਆਉਂਦੀ ਆ ਇਸ ਕਰਕੇ ਭੁੱਖਾ। ਕਹਿ ਦਿਓ ਹੁਣੇ ਡਰਾਮੇ ਕਰਦਾ ਜੀ। ਤੁਸੀਂ ਕੁਝ ਵੀ ਕਹਿ ਸਕਦੇ ਹੋ, ਤੁਹਾਡੇ ਕਹਿਣ ਨੂੰ ਕੀ ਹੈ, ਪਰ ਗੱਲ ਇਹ ਹੈ ਵੀ ਹਰਖ ਹਰੇਕ ਇਨਸਾਨ ਦੇ ਦਿਲ ਦੇ ਵਿੱਚ ਹੈ ਇਸ ਵੇਲੇ ਵੀ ਇੰਨੀ ਵੀ ਜ਼ਿੱਦ ਕਾਦੀ ਹੋਈ। ਜੇ ਲੋਕਾਂ ਵੱਲੋਂ ਚੁਣੀ ਹੋਈ ਸਰਕਾਰ ਹੈ, ਅਸੀਂ ਡੈਮੋਕ੍ਰੇਸੀ ਦੀ, ਲੋਕਤੰਤਰ ਦੀ ਗੱਲ ਕਰਦੇ ਆ, ਸਭ ਤੋਂ ਵੱਡੀ ਲੋਕਤਾਂਤਰਿਕ ਸ਼ਕਤੀ ਭਾਰਤ, ਅਸੀਂ ਉਹਦੀ ਗੱਲ ਕਰਦੇ ਆ, ਤੇ ਫਿਰ ਲੋਕਾਂ ਦੀ ਗੱਲ ਹੀ ਕਿਉਂ ਨਹੀਂ ਸੁਣੀ ਜਾ ਰਹੀ? ਕਿਉਂ ਨਹੀਂ ਮੰਨਦੇ ਤੁਸੀਂ? ਕੀ ਕਾਰਨ ਹੈ? ਤੁਸੀਂ ਕਹਿੰਦੇ ਹੋ ਕਿ ਅਸੀਂ ਫਾਇਦਾ ਕਰਨਾ ਹੈ, ਲੋਕ ਕਹਿੰਦੇ ਅਸੀਂ ਫਾਇਦਾ ਨਹੀਂ ਕਬੂਲਣਾ, ਸਾਨੂੰ ਫਾਇਦਾ ਨਹੀਂ ਚਾਹੀਦਾ। ਗੱਲ ਤਾਂ ਇੰਨੀ ਕਹਿਣਾ ਤੇ ਤੁਸੀਂ ਕਹਿ ਦਿਓ ਵੀ ਠੀਕ ਆ, ਰੱਦ ਕੀਤੇ, ਨਹੀਂ ਚਾਹੀਦਾ ਫਾਇਦਾ, ਅਸੀਂ ਨਹੀਂ ਕਰਾਂਗੇ। ਨਹੀਂ, ਬਿਲਕੁਲ ਤੁਹਾਡੀ ਗੱਲ ਸਹੀ ਆ। ਉਹੀ ਗੱਲ ਆ ਗਈ ਨਾ ਫਿਰ ਵੀ ਤੁਸੀਂ ਕਹਿੰਦੇ ਵੀ ਅਸੀਂ ਟਾਇਲਟਾਂ ਜਿਹੜੀਆਂ ਬਣਾਈਆਂ ਗਰੀਬਾਂ ਦੀਆਂ, ਉਹ ਕਿਹੜਾ ਅਸੀਂ ਪੁੱਛ ਕੇ ਬਣਾਈਆਂ? ਸਾਡੇ ਮਨ ਦੇ ਵਿੱਚ ਪੈਦਾ ਹੋਇਆ ਵਲਵਲਾ ਤੇ ਅਸੀਂ ਸੋਚਿਆ ਵੀ ਭਾਈ ਇਹ ਬਣਾਉਣੀਆਂ ਗਰੀਬਾਂ ਨੂੰ ਲੋੜ ਆ। ਪਰ ਤੁਸੀਂ ਕਿਸੇ ਗਰੀਬ ਦਾ ਕਮਰਾ ਢਾ ਕੇ ਉਹਦੀ ਥਾਂ ਦੇ ਉੱਤੇ ਬਣਾ ਕੇ ਦਿਖਾਓ, ਤੁਹਾਨੂੰ ਫੇਰ ਦਿਖਾਊ ਪੰਜੀ ਦਾ ਪਾਉਣ। ਤੁਸੀਂ ਕਿਸੇ ਬੰਦੇ ਨੂੰ ਕਹੋ ਵੀ ਤੈਨੂੰ ਢਾ ਕੇ ਤੇਰੇ ਛਿੱਤਰ ਫੇਰ ਕੇ ਵੀ ਤੇਰਾ ਖਾਤਾ ਖਲਵਾਉਣਾ ਸੀ ਫਲਾਣੀ ਬੈਂਕ ਦੇ ਵਿੱਚ, ਬੰਦਾ ਕਹੂਗਾ ਵੀ ਮੈਂ ਮਰ ਜਾਊਂਗਾ ਪਰ ਹੁਣ ਨਹੀਂ ਜਾਂਦਾ। ਉਵੇਂ ਤੁਸੀਂ ਬੰਦੇ ਨੂੰ ਇਹ ਗੱਲ ਕਹਿੰਦੇ ਵੀ ਤੇਰੀ ਜ਼ਮੀਨ ਆ ਜਿਹੜੀ ਉਹ ਐ ਨਹੀਂ ਐ ਕਰ ਲੈਣੀ ਆ, ਐ ਨਹੀਂ ਹੁਣ ਇਉਂ ਹੋ ਜਾਣੀ ਆ। ਸੋ ਇਸ ਕਰਕੇ ਲੋਕਾਂ ਦੀ ਆਜ਼ਾਦੀ, ਲੋਕਾਂ ਦੀ ਸ਼ਖਸੀਅਤ, ਲੋਕਾਂ ਦੇ ਭਵਿੱਖ, ਲੋਕਾਂ ਦੇ ਕਰਮ ਦੇ ਉੱਤੇ ਡਾਕਾ ਮਾਰ ਰਹੇ ਹੋ ਜੀ। ਨਾਲੇ ਟੈਣਾ ਸਾਹਿਬ ਇੱਕ ਗੱਲ ਹੋਰ ਹੈ ਨਾ ਵੀ ਤੁਹਾਡੇ ਲਈ ਹੋ ਸਕਦਾ ਉਹ ਸਿਰਫ ਇੱਕ ਜ਼ਮੀਨ ਦਾ ਟੋਟਾ ਹੋਏ, ਪਰ ਉਹਨਾਂ ਨੂੰ ਪੁੱਛ ਕੇ ਵੇਖੋ ਜਿਨ੍ਹਾਂ ਦੇ ਪਰਿਵਾਰ ਉਹਨਾਂ ਜ਼ਮੀਨਾਂ ਰਾਹੀਂ ਪਲਦੇ ਨੇ, ਜਿਨ੍ਹਾਂ ਨੇ ਆਪਣੇ ਧੀ ਪੁੱਤ ਦਾ ਵਿਆਹ ਉਸ ਜ਼ਮੀਨ 'ਚੋਂ ਕਰਨਾ ਹੈ, ਜਿਹੜੇ ਵਿਚਾਰੇ ਉਸ ਜ਼ਮੀਨ ਦੇ ਆਸਰੇ ਹੀ ਉੱਡੇ ਫਿਰਦੇ ਨੇ, ਜਿਨ੍ਹਾਂ ਨੂੰ ਉਸ ਜ਼ਮੀਨ 'ਚ ਆਪਣੀ ਮਾਂ, ਆਪਣੀ ਰਿਸ਼ਤੇ ਦੇ ਵਿੱਚ ਕਹਿ ਲਓ ਵੀ ਬਹੁਤ ਸਾਰੇ ਰਿਸ਼ਤੇ ਉਸ ਜ਼ਮੀਨ ਦੇ ਵਿੱਚ ਨਜ਼ਰ ਆਉਂਦੇ ਨੇ। ਉਹਨਾਂ ਲੋਕਾਂ ਨੂੰ ਪੁੱਛ ਕੇ ਵੇਖੋ ਜਿਹੜੇ ਸਿਰਫ ਉਸ ਜ਼ਮੀਨ ਦੇ ਸਿਰ ਤੇ ਆਪਣੀ ਸਾਰੀ ਜ਼ਿੰਦਗੀ ਕੱਢ ਜਾਂਦੇ ਨੇ ਵੀ ਇਹ ਹੈਗੀ ਹੈ। ਕਿੰਨਾ ਆਸਰਾ ਹੁੰਦਾ ਹੈ ਕਿ ਮੇਰੇ ਕੋਲ ਜ਼ਮੀਨ ਹੈਗੀ ਹੈ। ਬੰਦਾ ਕਹਿੰਦਾ ਕੋਈ ਔਖੀ ਘੜੀ ਆਏਗੀ ਨਾ ਤੇ ਮੇਰੇ ਕੋਲ ਜ਼ਮੀਨ ਹੈਗੀ ਹੈ। ਬਿਲਕੁਲ। ਤੇ ਮੈਂ ਤੁਹਾਨੂੰ ਇੱਕ ਪੁਰਾਣੀ ਗੱਲ ਦੱਸਦਾ ਜਿਹੜੀ ਸਾਡੇ ਟੱਬਰ ਦੇ ਨਾਲ ਸੰਬੰਧਿਤ ਹੈ। ਸਾਡੇ ਸਿਰ ਦੇ ਉੱਤੇ, ਮੇਰੇ ਪਿਤਾ ਜੀ ਦੇ ਸਿਰ ਦੇ ਉੱਤੇ 35-36 ਹਜ਼ਾਰ ਰੁਪਏ ਦਾ ਕਰਜ਼ਾ, ਉਹਦਾ ਹਰ ਸਾਲ ਵਿਆਜ ਦੇਣਾ ਤੇ ਬਿਲਕੁਲ ਮਾਯੂਸੀ ਛਾ ਜਾਂਦੀ ਸੀ ਉਸ ਮਹੀਨੇ ਦੇ ਵਿੱਚ ਵੀ ਰੋਟੀ ਪਾਣੀ ਆ ਜਿਹੜਾ ਉਹ ਚਲਾਉਣਾ ਇਸ ਵਕਤ ਕਿੰਨੀ ਵੱਡੀ ਚੁਣੌਤੀ ਹੈ ਤੇ ਉਹਦਾ ਵਿਆਜ ਵੀ ਕਿਵੇਂ ਦੇਣਾ। ਪਰ ਨਾ ਇੱਕ ਸੱਜਣ ਨੇ ਆ ਕੇ ਸੁਨੇਹਾ ਦਿੱਤਾ ਵੀ ਤੁਹਾਡੇ ਕੋਲੇ ਪਖਤਣ ਵਾਲਾ ਥਾਂ ਹੈਗਾ ਨਾ, ਜਿੱਥੇ ਪਾਥੀਆਂ ਪੱਥਦੇ, ਸਾਡੇ ਪਿੰਡਾਂ ਵਾਲਿਆਂ ਨੂੰ ਪਖਤਣ ਕਹਿੰਦੇ ਆ। ਕਹਿੰਦੇ ਵੀ ਤੁਸੀਂ ਉਹ ਵੇਚ ਲਓ ਜਿਹੜਾ ਤੁਹਾਡੇ ਕੋਲੇ ਮਰਲਾ, 1.5 ਮਰਲਾ ਜਾਂ 2 ਮਰਲੇ ਆ, ਤੇ ਤੁਹਾਡਾ ਇਹ ਸਾਰਾ ਕੁਝ ਹੋ ਜਾਊਗਾ। ਮੇਰੇ ਪਿਤਾ ਜੀ ਨੇ ਇਹ ਗੱਲ ਕਹੀ ਸੀ ਵੀ ਮੈਂ ਕਿਉਂ ਵੇਚਾਂ, ਔਖਾ ਸੌਖਾ ਐਂ ਹੀ ਸਾਰ ਲੂੰਗਾ। ਪਰ ਉਹ ਤਾਂ ਯਾਰ ਮੇਰੀ ਜੱਦੀ ਪੁਸ਼ਤੀ ਚੱਲੀ ਆਉਂਦੀ ਆ, ਭਾਵੇਂ ਅਸੀਂ ਉੱਥੇ ਪਾਥੀਆਂ ਨਹੀਂ ਪੱਥਦੇ, ਭਾਵੇਂ ਉੱਥੇ ਅਸੀਂ ਰੂੜੀ ਨਹੀਂ ਲਾਈ, ਪਰ ਫਿਰ ਵੀ ਹੈ ਤਾਂ ਹੈ ਨਾ, ਬੰਦੇ ਦੀ ਜ਼ਮੀਨ ਦੇ ਨਾਲ ਇੰਨੀ ਲਗਨ ਹੁੰਦੀ ਆ, ਇੰਨਾ ਪਿਆਰ ਹੁੰਦਾ। ਟੈਣਾ ਸਾਹਿਬ ਬਹੁਤ ਸਾਰੇ ਪਰਿਵਾਰ ਇਹੋ ਜਿਹੇ ਨੇ ਜਿਹੜੇ 100-100 50-50 ਸਾਲਾਂ ਤੋਂ ਅੱਜ ਵਿਦੇਸ਼ਾਂ ਦੀ ਧਰਤੀ ਤੇ ਬੈਠੇ ਨੇ ਤੇ ਉਹ ਸਿਰਫ ਇਹਨਾਂ ਜ਼ਮੀਨਾਂ ਦੀ ਖਾਤਰ ਆਉਂਦੇ ਨੇ ਨਾ ਵੀ ਉਹਨਾਂ ਨੂੰ ਖਿੱਚ ਲੱਗਦੀ ਆ ਵੀ ਮੇਰੀ ਜ਼ਮੀਨ ਆ ਉੱਥੇ, ਮੇਰਾ ਘਰ ਹੈ ਉੱਥੇ, ਮੇਰਾ ਪਿੰਡ ਆ ਉੱਥੇ, ਹਨਾ। ਤੇ ਤੁਸੀਂ ਇਹ ਵੇਖੋ ਕਿ ਇਹ ਜ਼ਮੀਨ ਦੀ ਤਾਂ ਕੀ ਸਾਡੀ ਜ਼ਿੰਦਗੀ ਦੇ ਵਿੱਚ ਅਹਿਮੀਅਤ ਹੈ, ਇਹ ਸ਼ਾਇਦ ਕੋਈ ਵੀ ਨਹੀਂ ਸਮਝ ਸਕਦਾ। ਤੁਸੀਂ ਭਾਵੇਂ 2 ਲੱਖ ਰੁਪਈਆ ਕਿੱਲਾ ਵੱਧ ਦੇ ਦਿਓ ਵੀ ਕਹੋ ਜੀ ਆ ਤੂੰ ਜ਼ਮੀਨ ਵੇਚਣੀ ਚਾਹੀ ਨਾ, ਤੈਨੂੰ ਕੁੱਲ ਮੁੱਲ ਦੇ ਨਾਲੋਂ 2 ਲੱਖ ਰੁਪਈਆ ਕਿੱਲਾ ਵੱਧ ਦਿੰਨੇ ਆ। ਪੈਸੇ ਦਾ ਕੀ ਹੈ, ਤਾਂ ਫੁਰ ਕਰਕੇ ਨਿਕਲ ਜਾਂਦੇ ਆ। ਇੱਕ ਜ਼ਮੀਨ ਹੀ ਆ, ਇਹ ਚੀਜ਼ ਹੀ ਐਸੀ ਆ ਜਿਹੜੀ ਸਾਨੂੰ ਬਚਾਈ ਰੱਖਦੀ ਹੈ। ਬਿਲਕੁਲ ਸਹੀ। ਤੇ ਤੁਸੀਂ ਉਹੀ ਖੋਣ ਨੂੰ ਫਿਰਦੇ ਹੋ ਤਾਂ ਲੋਕ ਕਿਵੇਂ ਫਿਰਦੇ ਦੇਣ ਤੁਹਾਨੂੰ? ਜੱਜ ਦਾ ਵਿਚਾਰ। ਟੈਣਾ ਸਾਹਿਬ ਜਦੋਂ ਕਿਸੇ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਨਾ ਤਾਂ ਬਹੁਤੀ ਵਾਰ ਇਨਸਾਨ ਜਿਹੜਾ ਉਹ ਦੱਬ ਵੀ ਜਾਂਦਾ ਹੈ, ਪਰ ਕਈ ਵਾਰੀ ਇਨਸਾਨ ਇਦਾਂ ਨਿਖਰ ਕੇ ਮੋਹਰੇ ਉੱਠ ਕੇ ਖੜਦਾ ਹੈ ਨਾ ਕਿ ਬੰਦਾ ਸੋਚੀ ਪੈ ਜਾਂਦਾ ਵੀ ਇਹਨੂੰ ਤਾਂ ਮੈਂ ਦਬਾਇਆ ਸੀ ਤੇ ਇਹ ਫੇਰ ਖੜ ਗਿਆ। ਕੁਦਰਤੀ ਆ। ਤੁਸੀਂ ਪੁਰਾਣੀਆਂ ਉਦਾਹਰਨਾਂ ਦੇਖੋ, ਜਿਹੜੀ ਚੀਜ਼ ਨੂੰ ਜਿੰਨਾ ਦਬਾਓਗੇ ਉਹ ਓਨੀ ਹੀ ਗਤੀ ਦੇ ਨਾਲ, ਓਨੀ ਤੜ ਦੇ ਨਾਲ ਉੱਠੋ। ਸਪਰਿੰਗ ਨੂੰ ਨੱਪ ਕੇ ਰੱਖੋ, ਜਦੋਂ ਉਂਗਲ ਚੱਕੋਗੇ ਉਹਨੇ ਇੱਕਦਮ ਐ ਉੱਠਣਾ। ਕੰਡ ਦੇ ਵਿੱਚ ਜਿਵੇਂ ਗੇਂਦ ਮਾਰੋਗੇ ਓਨੀ ਤੇਜ਼ ਵਾਪਸੀ ਦੇ ਵਿੱਚ ਆਊਗੀ ਤੁਹਾਡੇ ਕੋਲ। ਸੋ ਇਹ ਉਹ ਗੱਲਾਂ ਜਿਹੜੀਆਂ ਕਿ ਉਦਾਹਰਣੀ ਤੌਰ ਦੇ ਉੱਤੇ ਅਸੀਂ ਸਮਝ ਸਕਦੇ ਹਾਂ। ਜੇ ਕਿਸੇ ਨਾਲ ਅਸੀਂ ਜ਼ਿਆਦਤੀ ਕਰਾਂਗੇ ਨਾ, ਉਹ ਫਿਰ ਬੰਦਾ ਹੋਰ ਨਿਖਰ ਜਾਂਦਾ,
ਉਹ ਅੰਦਰੋਂ ਹੋਰ ਦ੍ਰਿੜ ਹੋ ਜਾਂਦਾ ਵੀ ਚੱਲ ਜੇ ਐਂ ਆ ਨਾ ਤਾਂ ਫਿਰ ਐਂ ਹੀ ਸਹੀ ਜੀ। ਫਿਰ ਇਨਸਾਨ ਇਹ ਸੋਚਦਾ ਨਾ ਵੀ ਵੱਧ ਤੋਂ ਵੱਧ ਕੀ ਕਰ ਲਵਾਂਗੇ, ਆਹੀ ਕਰ ਲਵਾਂਗੇ ਨਾ, ਇਸ ਤੋਂ ਅੱਗੇ ਤਾਂ ਕੁਝ ਨਹੀਂ ਹੋ ਸਕਦਾ ਨਾ, ਜਾਂ ਇਸ ਤੋਂ ਮਾੜਾ ਤਾਂ ਨਹੀਂ ਕੁਝ ਵੀ ਹੋ ਸਕਦਾ। ਸੋ ਇਹ ਗੱਲ ਮੈਂ ਇਸ ਲਈ ਕਰ ਰਹੀ ਹਾਂ ਕਿਉਂਕਿ ਕੰਵਰ ਗਰੇਵਾਲ ਹੋਰਾਂ ਦਾ ਗੀਤ ਤੇ ਹਿੰਮਤ ਸੰਧੂ ਦਾ ਗੀਤ ਤੇ ਹੋਰ ਵੀ ਇੱਕ ਦੋ ਗੀਤ ਜਿਹੜੇ ਆ ਉਹ YouTube ਦੇ ਉੱਪਰ ਬੈਨ ਕਰ ਦਿੱਤੇ ਗਏ ਸੀ। ਕੰਵਰ ਗਰੇਵਾਲ ਹੋਰਾਂ ਦਾ ਗੀਤ ਸੀ ਐਲਾਨ, ਜਿਸ ਤੋਂ ਬਾਅਦ ਵਿੱਚ ਜਦੋਂ ਤੁਸੀਂ ਉਸ ਗਾਣੇ ਨੂੰ ਉੱਥੇ ਦੇਖਣ ਦੀ ਕੋਸ਼ਿਸ਼ ਕਰਦੇ ਸੀ ਤੇ ਲਿਖਿਆ ਹੁੰਦਾ ਸੀ ਵੀ ਸਰਕਾਰ ਦੀ ਸ਼ਿਕਾਇਤ ਤੋਂ ਬਾਅਦ ਇਸ ਗੀਤ ਨੂੰ ਇੱਥੋਂ ਹਟਾ ਦਿੱਤਾ ਗਿਆ। ਹੁਣ ਕੰਵਰ ਗਰੇਵਾਲ ਹੋਰਾਂ ਨੇ ਐਲਾਨ ਫਿਰ ਤੋਂ ਇਹ ਗਾਣਾ ਗਾ ਦਿੱਤਾ। ਉਹਨੇ ਪਹਿਲਾਂ ਅੰਗਰੇਜ਼ੀ ਦੇ ਵਿੱਚ ਕੰਵਰ ਗਰੇਵਾਲ ਨੇ ਵਾਹਵਾ ਕੁਝ ਆਖਿਆ ਜੀ, ਜਿਹੜਾ ਕਿ ਮੈਨੂੰ ਹੁਣ ਉਵੇਂ ਬੋਲਣਾ ਨਹੀਂ ਆਉਣਾਗਾ, ਪਰ ਉਹ ਬੜਾ ਸੋਹਣਾ ਆਖਿਆ। ਉਹਨੇ ਕਿਹਾ ਜੀ ਕਿ ਇੱਕ ਵਾਰ ਮੈਂ ਫੇਰ ਆਇਆ ਉਹੀ ਕਿਸਾਨੀ ਦੇ ਮਸਲੇ ਲੈ ਕੇ, ਉਸੇ ਰੂਪ ਦੇ ਵਿੱਚ ਵੀ ਅਸੀਂ ਪਿਛਾਂਹ ਹਟਣ ਵਾਲੇ ਨਹੀਂ, ਇਹ ਹੱਕ ਤੇ ਸੱਚ ਦੀ ਆਵਾਜ਼ ਅਸੀਂ ਇਵੇਂ ਪੇਸ਼ ਕਰਨੀ ਆ। ਉਹਦੇ ਵੀ ਬੋਲ ਇਹੀ ਆ, ਪਰ ਫਸਲਾਂ ਦੇ ਫੈਸਲੇ ਕਿਸਾਨ ਹੀ ਕਰੂਗਾ, ਸਰਕਾਰ ਜੀ। ਸੋ ਇਹ ਇੱਕ ਚੁਣੌਤੀ ਵਾਲੀ ਗੱਲ ਵੀ ਆ ਵੀ ਸਾਡੇ ਕਲਾਕਾਰ ਭਾਈਚਾਰੇ ਦੇ ਵਿੱਚੋਂ ਕੁਝ ਇੱਕ ਇਹੋ ਜਿਹੇ ਲੋਕ ਆ ਜਿਨ੍ਹਾਂ ਦੇ ਅੰਦਰ ਇਹੋ ਜਿਹੀ ਗੈਰਤ ਆ ਵੀ ਉਹ ਉੱਠ ਕੇ ਗੱਲ ਕਹਿੰਦੇ ਵੀ ਇੱਕ ਵਾਰ ਫੇਰ ਡਿਲੀਟ ਕਰ ਦਿਓਗੇ ਨਾ, ਤੀਜੀ ਵਾਰ ਗਾ ਦੂੰ, ਬਿਲਕੁਲ ਤੀਜੀ ਵਾਰ ਕਰ ਦੋਗੇ ਨਾ, ਚੌਥੀ ਵਾਰ ਗਾ ਦੂੰ। ਜੀ, ਵੈਸੇ ਤਾਂ ਬਹੁਤ ਸਾਰੇ ਗਾਇਕਾਂ ਨੇ ਇਸ ਸਾਰੇ ਸੰਘਰਸ਼ ਦੇ ਵਿੱਚ ਇੱਕ ਬਹੁਤ ਸੋਹਣੀ ਤੇ ਬਹੁਤ ਅਹਿਮ ਜਿਹੜੀ ਭੂਮਿਕਾ ਹੈ ਉਹ ਅਦਾ ਕੀਤੀ ਹੈ, ਪਰ ਜੇਕਰ ਕੁਝ ਇੱਕ ਦੀ ਗੱਲ ਕਰੀਏ ਨਾ ਤੇ ਉਹਨਾਂ ਦੇ ਨਾਂ ਤਾਂ ਮੈਨੂੰ ਲੱਗਦਾ ਹੈ ਵੀ ਰਹਿੰਦੀ ਦੁਨੀਆ ਤੱਕ ਲੋਕਾਂ ਨੂੰ ਯਾਦ ਰਹਿਣਗੇ, ਕਿਉਂਕਿ ਦੁੱਖ ਦੇ ਵੇਲੇ ਦੇ ਵਿੱਚ ਜਿਹੜਾ ਬੰਦਾ ਤੁਹਾਡੇ ਨਾਲ ਮੋਢਾ ਜੋੜ ਕੇ ਖੜ ਜਾਂਦਾ ਨਾ, ਤੁਹਾਨੂੰ ਚੇਤੇ ਰਹਿੰਦਾ ਹੈ ਵੀ ਇਹ ਬੰਦਾ ਲੋੜ ਵੇਲੇ ਮੇਰੇ ਕੰਮ ਆਇਆ ਸੀ, ਦੁੱਖ ਵੇਲੇ ਮੇਰੇ ਨਾਲ ਸੀ। ਸੋ ਕੰਵਰ ਗਰੇਵਾਲ ਹੋਰੀ ਵੀ ਇਸੇ ਤਰੀਕੇ, ਚਾਹੇ ਉਹ ਫਿਰ ਹਰਫ ਚੀਮੇ ਦੀ ਆਪਾਂ ਗੱਲ ਕਰ ਲਈਏ, ਚਾਹੇ ਉਹ ਫਿਰ ਹੋਰ ਬਹੁਤ ਸਾਰੇ ਗਾਇਕ ਨੇ, ਸੂਚੀ ਬੜੀ ਲੰਬੀ ਹੈ ਜੇ ਆਪਾਂ ਗਿਣਨ ਲੱਗ ਜਾਈਏ ਤਾਂ, ਪਰ ਬਹੁਤ ਸੋਹਣਾ ਕੰਮ ਕੰਵਰ ਗਰੇਵਾਲ ਹੋਰਾਂ ਨੇ ਕੀਤਾ ਹੈ ਔਰ ਮੈਨੂੰ ਉਮੀਦ ਹੈ ਵੀ ਅੱਗੇ ਵੀ ਕਰਦੇ ਰਹਿਣਗੇ। ਬਿਲਕੁਲ ਜੀ। ਤੇ ਜੇਕਰ ਕਲਾਕਾਰ ਸੱਚ ਬੋਲਦੇ ਆ, ਜੇਕਰ ਪੰਜਾਬੀ ਮੀਡੀਆ ਦਾ ਵੱਡਾ ਹਿੱਸਾ ਇਸ ਵਕਤ ਸੱਚ ਬੋਲ ਰਿਹਾ, ਸੋਸ਼ਲ ਮੀਡੀਆ ਦੇ ਉੱਤੇ ਜੇਕਰ ਇਸ ਵਕਤ ਸੱਚ ਚੱਲ ਰਿਹਾ ਕੁਝ ਇੱਕ ਲੋਕਾਂ ਨੂੰ ਛੱਡ ਕੇ, ਤਾਂ ਫਿਰ ਜਿਹੜੇ ਵੱਡੇ ਟੀਵੀ ਚੈਨਲ ਆ ਜਿਨ੍ਹਾਂ ਦੇ ਐਂਕਰ ਲੱਖਾਂ ਰੁਪਈਆ ਮਹੀਨਾ ਲੈਂਦੇ ਆ, ਜਿਨ੍ਹਾਂ ਦੀ ਆਮਦਨ ਜਿਹੜੀ ਕਰੋੜਾਂ ਰੁਪਈਆ ਸਾਲਾਨਾ ਬਣਦੀ ਆ, ਮਾੜਾ ਮੋਟਾ ਸੱਚ ਦੇ ਨੇੜੇ ਤੇੜੇ ਉਹ ਵੀ ਪਹੁੰਚ ਲੈਣ, ਮੇਰਾ ਖਿਆਲ ਚੰਗਾ ਰਹੂਗਾ। ਰਵੀਸ਼ ਕੁਮਾਰ ਵਾਂਗੂ ਇੱਜ਼ਤ ਵਧੂਗੀ। ਰਵੀਸ਼ ਕੁਮਾਰ ਇੱਕ ਪਾਸੇ ਤੇ ਜਿਹੜੇ ਗੋਦੀ ਮੀਡੀਆ ਦੇ ਪੱਤਰਕਾਰ ਇੱਕ ਪਾਸੇ, ਇਹ ਪਲੜਾ ਦੇਖ ਲੋ ਕੀ ਬਣਦਾ। ਮੇਰਾ ਖਿਆਲ ਆ ਵੀ ਰਵੀਸ਼ ਕੁਮਾਰ ਭਾਰਾ ਹੋਣਾ, ਇਹ ਫੇਰ ਐਂ ਚਲੇ ਜਾਣੇ ਆ। ਬਿਲਕੁਲ ਸਹੀ ਹੈ, ਕਿਉਂਕਿ ਜਿਹੜਾ ਬੰਦਾ ਹਮੇਸ਼ਾ ਕੁਫਰ ਤੋਲਦਾ ਹੈ, ਜਿਹੜਾ ਝੂਠ ਬੋਲਦਾ ਹੈ, ਜਿਹੜਾ ਬੰਦਾ ਕਹਿ ਲੋ ਵੀ ਇਸ਼ਾਰਿਆਂ ਤੇ ਨੱਚਦਾ ਹੁੰਦਾ, ਉਹ ਹਮੇਸ਼ਾ ਹਲਕਾ ਹੁੰਦਾ, ਉਹ ਕਦੇ ਵੀ ਨਹੀਂ ਭਾਰਾ ਹੋ ਸਕਦਾ, ਉਹ ਹਮੇਸ਼ਾ ਹਲਕਾ ਹੀ ਰਹਿੰਦਾ ਤੇ ਉਹ ਕਦੇ ਵੀ ਉੱਠ ਸਕਦਾ ਹੈ। ਸੋ ਜਿਹੜੇ ਪੱਤਰਕਾਰ ਵਾਕਈ ਨਿੱਠ ਕੇ ਲੱਗੇ ਹੋਏ ਨੇ, ਜਿਹੜੇ ਵਾਕਈ ਸੱਚ ਦੇ ਨੇੜੇ ਤੇੜੇ ਨੇ, ਜਿਹੜੇ ਸੱਚਾ ਲੋਕਾਂ ਦੇ ਵਿੱਚ ਸੱਚਾਈ ਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਉਹਨਾਂ ਸਾਰਿਆਂ ਨੂੰ ਸਲਾਮ। ਬਿਲਕੁਲ ਸਹੀ। ਜੱਜ ਦਾ ਵਿਚਾਰ। ਟਣਾ ਸਾਹਿਬ, ਹੁਣ ਇੱਕ ਦੁਖਦਾਇਕ ਖਬਰ ਜਿਹੜੀ ਹੈ ਉਹਦੀ ਸਾਂਝ ਪਾਉਂਦੇ ਆ। ਨਿਰਾਸ਼ਾ ਇਨਸਾਨ ਨੂੰ ਕਿਤੇ ਵੀ ਲੈ ਜਾਂਦੀ ਹੈ ਔਰ ਜਦੋਂ ਬੰਦਾ ਕਿਤੇ ਨਿਰਾਸ਼ਾ ਦੇ ਵਿੱਚ ਘਿਰਦਾ ਨਾ, ਉਹਨੂੰ ਆਪ ਨੂੰ ਨਹੀਂ ਪਤਾ ਲੱਗਦਾ ਵੀ ਉਹ ਕੀ ਕਰ ਰਿਹਾ ਹੈ ਤੇ ਉਹਨੂੰ ਕੋਈ ਰਸਤਾ ਵੀ ਨਹੀਂ ਦਿਖਦਾ ਹੁੰਦਾ ਵੀ ਮੈਂ ਕੀ ਕਰਾਂ। ਇਹ ਨਾ ਬਟਾਲੇ ਦਾ ਪਿੰਡ ਹੈ ਗੁਆਰਾ, ਉੱਥੋਂ ਦੇ ਇੱਕ ਕਿਸਾਨ ਨੇ ਖੁਦਕੁਸ਼ੀ ਕੀਤੀ ਹੈ। ਹਾਂਜੀ, ਉਹਨਾਂ ਨੇ ਖੁਦਕੁਸ਼ੀ ਕਰ ਲਈ ਔਰ ਉਹਦੇ ਪਿੱਛੇ ਕਾਰਨ ਇਹ ਹੈ ਕਿ ਉਹਨਾਂ ਨੇ ਟਰਾਲੀਆਂ ਤਿਆਰ ਕੀਤੀਆਂ ਸੀ, ਦਿੱਲੀ ਜਾਣਾ ਚਾਹੁੰਦੇ ਸੀ, ਬਹੁਤ ਸਾਰੇ ਲੋਕਾਂ ਨੂੰ ਕਿਹਾ ਵੀ ਆਓ ਆਪਾਂ ਦਿੱਲੀ ਚੱਲੀਏ, ਪਰ ਕੋਈ ਜਾਣ ਲਈ ਤਿਆਰ ਨਹੀਂ ਹੋਇਆ। ਇਸੇ ਨਿਰਾਸ਼ਾ 'ਚ ਉਹਨਾਂ ਨੇ ਖੁਦਕੁਸ਼ੀ ਕਰ ਲਈ। ਬਹੁਤ ਦੁੱਖ ਹੋਇਆ ਹਰਮਨ ਜੀ ਇਸ ਖਬਰ ਦੇ ਬਾਰੇ ਜਾਣ ਕੇ। ਅਸੀਂ ਉਹ ਪੰਜਾਬੀ ਆ ਜਿਨ੍ਹਾਂ ਨੇ ਇਸ ਅੰਦੋਲਨ ਦੀ ਸ਼ੁਰੂਆਤ ਕੀਤੀ, ਪਰ ਕੌੜੀ ਗੱਲ ਇਹ ਆ ਵੀ ਅੱਜ ਸਾਡੀ ਗਿਣਤੀ ਘੱਟ ਆ ਤੇ ਯੂਪੀ ਦੇ ਤੇ ਹੋਰ ਵੱਖ-ਵੱਖ ਬਾਰਡਰਾਂ ਦੇ ਉੱਤੇ ਬਾਕੀ ਸੂਬਿਆਂ ਦੇ ਕਿਸਾਨਾਂ ਦੀ ਗਿਣਤੀ ਵੱਧ ਆ। ਅਸੀਂ ਉਹ ਲੋਕ ਆ ਜਿਹੜੇ ਕਿ ਕਿਸੇ ਅੰਦੋਲਨ ਦਾ ਬੀਜ ਬੀਜਦੇ ਆ ਤੇ ਜਦੋਂ ਤੱਕ ਉਹ ਵੱਡਾ ਹੁੰਦਾ ਉਦੋਂ ਤੱਕ ਅਸੀਂ ਕਿਸੇ ਨਾ ਕਿਸੇ ਗੱਲ ਤੋਂ ਖਿੰਡ ਹੋ ਜਾਂਦੇ ਆ। ਸੋ ਇਸ ਕਰਕੇ ਇੱਕ ਤਾਂ ਬੇਨਤੀ ਇਹ ਆ ਵੀ ਆਪਾਂ ਘਰਾਂ ਦੇ ਵਿੱਚੋਂ ਨਿਕਲ ਗਏ ਤੇ ਆਪਾਂ ਇਸ ਅੰਦੋਲਨ ਦੀ ਧਾਰ ਨੂੰ ਮੱਠੀ ਨਾ ਪੈਣ ਦੇਈਏ, ਖੁੰਡੀ ਨਾ ਹੋਣ ਦੇਈਏ। ਜਿਹੜੀ ਗੁਆਰਾ ਪਿੰਡ ਦੇ ਕਿਸਾਨ ਦੀ ਮੌਤ ਦੀ ਖਬਰ ਆ, ਮੈਨੂੰ ਨਿੱਜੀ ਤੌਰ ਤੇ ਝੰਜੋੜ ਗਈ। ਪਹਿਲਾਂ ਤਾਂ ਅਸੀਂ ਇਹ ਸੋਚਿਆ ਸੀ ਵੀ ਇਹੋ ਜਿਹੀ ਖਬਰ ਸਾਂਝੀ ਨਾ ਕਰੀਏ, ਇਹਦੇ ਨਾਲ ਨਿਰਾਸ਼ਾ ਪੈਦਾ ਹੁੰਦੀ ਆ, ਪਰ ਸੱਚ ਇਹ ਵੀ ਆ। ਇਹ ਸੱਚ ਇਸ ਕਰਕੇ ਪੇਸ਼ ਕਰਨ ਲੱਗੇ ਵੀ ਤੁਸੀਂ ਆਪਣੇ ਭੈਣਾਂ ਵੀਰਾਂ ਨੂੰ ਕਹੋ ਵੀ ਚਲੋ ਚੱਲ ਗਏ, ਘਰੇ ਬੈਠਿਆਂ ਕੋਈ ਮਸਲਾ ਨਹੀਂ ਹੱਲ ਹੋਣਾ। ਇਸ ਕਿਸਾਨ ਦੇ ਵੱਲੋਂ ਪਹਿਲਾਂ ਵੀ ਕਈ ਵਾਰ ਵੱਖ-ਵੱਖ ਬਾਰਡਰਾਂ ਤੇ ਜਾ ਕੇ ਅੰਦੋਲਨ 'ਚ ਹਿੱਸਾ ਪਾਇਆ ਗਿਆ। ਹੁਣ ਇਹਨੇ ਗੁਰਦੁਆਰੇ ਦੇ ਵਿੱਚੋਂ ਹੋਕਾ ਦਵਾਇਆ, ਕਈ ਵਾਰ ਦਵਾਇਆ ਵੀ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਮੂਹਰੇ ਟਰੈਕਟਰ ਟਰਾਲੀਆਂ ਤਿਆਰ ਆ, ਆਓ ਭਾਈ ਆਪਾਂ ਜ਼ਮੀਨਾਂ ਬਚਾਉਣ ਦੇ ਲਈ ਚੱਲੀਏ ਦਿੱਲੀ ਵੱਲ ਨੂੰ। ਪਰ ਕੋਈ ਵੀ ਇੱਕ ਬੰਦਾ ਘਰ ਦੇ ਵਿੱਚੋਂ ਨਿਕਲ ਕੇ ਟਰਾਲੀ ਦੇ ਵਿੱਚ ਨਹੀਂ ਬੈਠਿਆ। ਹੋ ਸਕਦਾ ਮਜਬੂਰੀ ਵੀ ਹੋਵੇ, ਮੈਂ ਇਹ ਨਹੀਂ ਗੱਲ ਕਹਿੰਦਾ, ਪਰ ਕੋਈ ਨਾ ਕੋਈ ਤਾਂ ਆਉਣਾ ਚਾਹੀਦਾ ਸੀ। 10 ਬੰਦੇ ਹੀ ਆ ਜਾਂਦੇ, 5 ਹੀ ਆ ਜਾਂਦੇ, ਜ਼ਮੀਨਾਂ ਤੁਹਾਡੀਆਂ ਦੀ ਵੀ ਗੱਲ ਆ। ਜਾਂ ਫਿਰ ਉਹ ਇੰਨੇ ਸਿਆਣੇ ਹੋ ਗਏ, ਉਹਨਾਂ ਨੂੰ ਇਹ ਲੱਗਦਾ ਵੀ ਖੇਤੀ ਕਾਨੂੰਨ ਮਾੜੇ ਤਾਂ ਹੈ ਨਹੀਂਗੇ, ਇਹ ਤਾਂ ਬਹੁਤ ਚੰਗੇ ਆ, ਹੁਣ ਕੁਝ ਵੀ ਇਹਦੇ ਬਾਬਤ ਸੋਚ ਲਈਏ ਆਪਾਂ। ਪਰ ਇਸ ਕਿਸਾਨ ਨੇ ਬਾਅਦ ਦੇ ਵਿੱਚ ਸ਼ਮਸ਼ਾਨ ਘਾਟ ਦੇ ਵੱਲ ਜਾ ਕੇ ਖੁਦਕੁਸ਼ੀ ਕੀਤੀ ਆ। ਦੁੱਖ ਹੋਇਆ ਇਸ ਗੱਲ ਦੇ ਉੱਤੇ। ਇਸ ਕਰਕੇ ਆਪਾਂ ਆਪਣੇ ਆਪ ਨੂੰ ਤਬਾਹ ਵੀ ਨਾ ਕਰੀਏ
ਤੇ ਆਪਾਂ ਆਪਦੀਆਂ ਜ਼ਮੀਨਾਂ ਵੀ ਬਚਾਈਏ ਤੇ ਘਰਾਂ ਦੇ ਵਿੱਚੋਂ ਨਿੱਠ ਕੇ ਬਾਹਰ ਨੂੰ ਨਿਕਲ ਗਏ ਜੀ। ਤੇ ਨਾਲੇ ਦੂਜੇ ਦੇ ਮੋਢੇ ਤੇ ਰੱਖ ਕੇ ਬੰਦੂਕ ਵੀ ਨਾ ਚਲਾਈਏ। ਅਸੀਂ ਇਹ ਨਾ ਸੋਚੀਏ ਵੀ ਉਹ ਤਾਂ ਬੈਠੀ ਹੀ ਹੈ, ਕੋਈ ਨਹੀਂ ਮੈਂ ਨਾ ਵੀ ਗਿਆ ਤਾਂ ਕੀ ਫਰਕ ਪੈਂਦਾ, ਹਨਾ, ਵੀ ਉਹ ਬਾਕੀ ਸਾਰੇ ਇੰਨਾ ਇਕੱਠ ਹੈਗਾ ਹੀ ਹੈ। ਗੱਲ ਇਹ ਹੈ ਵੀ ਕੱਲਾ ਉਹਨਾਂ ਦਾ ਮਸਲਾ ਨਹੀਂ ਹੈ, ਸਾਡਾ ਤੁਹਾਡਾ ਸਾਰਿਆਂ ਦਾ ਮਸਲਾ ਹੈ ਤੇ ਆਪਾਂ ਨੂੰ ਸਾਰਿਆਂ ਨੂੰ ਨਿੱਠ ਕੇ ਇਸ ਮਸਲੇ ਦੇ ਹੱਲ ਦੇ ਲਈ ਅੱਗੇ ਆਉਣਾ ਚਾਹੀਦਾ ਹੈ। ਜੇ ਨਹੀਂ ਆਵਾਂਗੇ ਤਾਂ ਫਿਰ ਜੇ ਕੁਝ ਵੀ ਮਾੜਾ ਹੋ ਜਾਂਦਾ ਹੈ ਅਸੀਂ ਉਹਦੇ ਲਈ ਆਪਣੇ ਆਪ ਨੂੰ ਵੀ ਜ਼ਿੰਮੇਵਾਰ ਸਮਝੀਏ। ਸਾਨੂੰ ਹੁਣ ਅਸੀਂ ਗੱਲਾਂ ਤਾਂ ਬਹੁਤ ਕਰਦੇ ਆ, ਅਸੀਂ ਇੱਕ ਦੂਸਰੇ ਚ ਨੁਕਸ ਵੀ ਕੱਢ ਲੈਂਦੇ ਆ, ਪਰ ਅਸੀਂ ਇਹ ਵੇਖੀਏ ਕਿ ਅਸੀਂ ਕੀ ਯੋਗਦਾਨ ਪਾ ਰਹੇ ਹਾਂ, ਕਿਵੇਂ ਦਾ ਪਾ ਰਹੇ ਹਾਂ, ਕਿ ਮੇਰੇ ਯੋਗਦਾਨ ਦੇ ਨਾਲ ਕਿਸੇ ਨੂੰ ਫਾਇਦਾ ਹੋ ਰਿਹਾ ਹੈ ਜਾਂ ਨੁਕਸਾਨ ਹੋ ਰਿਹਾ ਹੈ। ਇਹ ਸਾਰੀ ਗੱਲਬਾਤ ਸੋਚਣ ਤੋਂ ਬਾਅਦ ਚ ਫੇਰ ਹੀ ਕੋਈ ਗੱਲ ਕਰਿਆ ਕਰੀਏ, ਨਹੀਂ ਤਾਂ ਨਾ ਕਰੀਏ। ਆਪਾਂ ਨੁਕਸਾ ਜਿਹੜੇ ਨਾ ਉਹ ਜਦੋਂ ਮੰਜ਼ਲ ਤੈਅ ਹੋ ਗਈ, ਜਦੋਂ ਅਸੀਂ ਨਿਸ਼ਾਨਾ ਲਾ ਲਿਆ ਆਪਣਾ, ਫੇਰ ਕੱਢ ਲਾਂਗੇ ਵੀ ਭਾਈ ਫਲਾਣਾ ਬੰਦਾ ਗਲਤ ਸੀ, ਫਲਾਣਾ ਸਹੀ ਸੀ। ਇਸ ਵਕਤ ਚਲਦੀ ਰਫ਼ਤਾਰ ਦੇ ਵਿੱਚ ਜਦੋਂ ਆਪਾਂ ਗੱਲਾਂ ਕਰਦੇ ਆ ਨਾ ਤੇ ਬਹੁਤ ਸਾਰੇ ਲੋਕਾਂ ਦੇ ਹੌਸਲੇ ਪਸਤ ਹੁੰਦੇ ਆ। ਇਸ ਕਰਕੇ ਆਪਾਂ ਘਰੇ ਬੈਠ ਕੇ ਰਾਇਆਂ ਦੇਣੀਆਂ ਬੰਦ ਕਰਗੇ। ਆਪਣੀਆਂ ਰਾਇਆਂ ਦੇ ਨਾਲ ਕੁਝ ਨਹੀਂ ਹੋਇਆ ਅਜੇ ਤੱਕ, ਹੁਣ ਵੀ ਕੁਝ ਨਹੀਂ ਹੋਣਾ, ਕੱਲੀਆਂ ਰਾਇਆਂ ਦੇ ਨਾਲ ਕੰਮ ਕਰਕੇ ਦਿਖਾਈਏ। ਦੂਜੇ ਨੂੰ ਰਾਇ ਦੇਣੀ ਬੰਦ ਕਰਗੇ ਵੀ ਤੈਨੂੰ ਇਉਂ ਕਰ ਲੈਣਾ ਚਾਹੀਦਾ, ਉਹਨੂੰ ਇਉਂ ਨਹੀਂ ਸੀ ਕਰਨਾ ਚਾਹੀਦਾ। ਇਹ ਸੋਚੋ ਵੀ ਮੈਂ ਕੀ ਕੀਤਾ, ਮੇਰਾ ਕੀ ਯੋਗਦਾਨ ਆ। ਇਹ ਗੱਲ ਜ਼ਰੂਰੀ ਆ। ਬਿਲਕੁਲ ਸਹੀ। ਸੋ ਇਹੋ ਜਿਹੀਆਂ ਖਬਰਾਂ ਹੋਰ ਨਾ ਆਉਣ, ਇਸ ਚੀਜ਼ ਦੀ ਅਸੀਂ ਆਸ ਤੇ ਅਰਦਾਸ ਕਰਦੇ ਹਾਂ। ਤੇ ਬਾਕੀ ਫਿਲਹਾਲ ਹੁਣ ਚੱਲੀਏ। ਬਿਲਕੁਲ ਜੀ, ਸਾਡੇ ਜਾਣ ਦਾ ਹੋ ਗਿਆ ਵੇਲਾ ਜੀ। ਆਪਣੀ ਪ੍ਰਤੀਕਿਰਿਆ ਜ਼ਰੂਰ ਸਾਡੇ ਤਾਈਂ ਪਹੁੰਚਾਇਓ। ਦੋਵਾਂ ਦੇ ਇਜਾਜ਼ਤ, ਫਿਰ ਮੁਲਾਕਾਤਾਂ ਹੋਣਗੀਆਂ। ਸਤਿ ਸ਼੍ਰੀ ਅਕਾਲ। ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ। ਉਹ ਵੀ ਹਾਜ਼ਰ ਹੈ ਜੱਜ ਦਾ ਵਿਚਾਰ।